सत श्री अकाल जी, तुसीं वेख रहे हो पंजाब मेल USA TV। मैं हाँ संजीव यश खन्ना, मेरे नाल ने बलकार सिंह जी। तुहाडा सारिਆਂ ਦਾ स्वागत पंजाब फोकस ਦੇ ਵਿੱਚ। पंजाब फोकस ਦੇ प्यारे दर्शकों, जी आਇਆਂ ਨੂੰ। ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਫਿਰ ਅਸੀਂ ਉਹਨਾਂ ਮਸਲਿਆਂ ਨਾਲ ਜੋੜੀਏ ਇਸ ਪ੍ਰੋਗਰਾਮ ਵਿੱਚ, ਕਿਉਂਕਿ ਪੰਜਾਬ ਦੇ ਮਸਲੇ ਸ਼ਾਇਦ ਹੀ ਹੱਲ ਹੋਣ। ਇਹ ਤਾਂ ਸਾਡੇ ਦਰਸ਼ਕਾਂ ਦੀ ਵੈਸੇ ਸੋਚ ਵੀ ਹੈ, ਕਿਉਂਕਿ ਆਏ ਦਿਨ ਜਦੋਂ ਸੂਰਜ ਦੀਆਂ ਕਿਰਨਾਂ ਸਾਡੇ ਵਿਹੜਿਆਂ 'ਚ ਚਮਕਾਂ ਮਾਰਦੀਆਂ ਤਾਂ ਉਦੋਂ ਸਾਨੂੰ ਉਹ ਵੀ ਮਸਲੇ ਯਾਦ ਆ ਜਾਂਦੇ ਆ ਜਿਹੜੇ ਪੰਜਾਬ ਵਿੱਚ ਬੜੀ ਦੇਰ ਤੋਂ ਲਮਕ ਰਹੇ ਆ, ਜਾਂ ਇਹਦੇ ਵਿੱਚ ਜਿਹੜੀਆਂ ਆਪੋਜੀਸ਼ਨ ਉਹ ਲਮਕਾ ਰਹੀਆਂ, ਜਾਂ ਜਿਹੜੀਆਂ ਮੌਜੂਦਾ ਸਰਕਾਰਾਂ। ਔਰ ਉਹ ਮਸਲਿਆਂ ਨੂੰ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਤੱਕ ਅਸੀਂ ਸਾਂਝਾ ਕਰੀਏ। ਔਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਧਰਤੀ ਤੋਂ ਸਾਡੇ ਬਹੁਤ ਪ੍ਰਵਾਸੀ ਲੋਕ ਬਾਹਰ ਵੀ ਬੈਠੇ ਨੇ, ਅਸੀਂ ਬਾਹਰਲੇ ਦੇਸ਼ਾਂ ਦੀ ਵੀ ਕੁਝ ਗੱਲ ਕਰੀਏ, ਚਾਹੇ ਅਮਰੀਕਾ ਦੀ ਕਰ ਲਈਏ, ਚਾਹੇ ਇੰਗਲੈਂਡ ਦੀ, ਚਾਹੇ ਨਿਊਜ਼ੀਲੈਂਡ ਦੀ। ਔਰ ਇਹ ਮੇਰਾ ਖਿਆਲ ਹੈ ਕਿ ਮੇਰੇ ਨਾਲ ਸੰਜੀਵ ਖੰਨਾ ਜੀ ਬੈਠੇ ਨੇ, ਇਹ ਹੁਣ ਸਾਡੇ ਦਰਸ਼ਕਾਂ ਨਾਲ ਉਹ ਸਾਂਝ ਪਾਉਣਗੇ ਕਿ ਉਹ ਕਿਹੜੇ ਦੇਸ਼ ਵਿੱਚ ਪਹੁੰਚਣਾ ਚਾਹੁੰਦੇ ਨੇ ਤੇ ਕਿਹੜੀ ਗੱਲ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੇ ਨੇ। ਪਹਿਲਾਂ ਤਾਂ ਜੀ ਮੈਂ ਅਮਰੀਕਾ ਪਹੁੰਚਾਂਗਾ। ਵਾਹ ਵਾਹ, ਬਿਲਕੁਲ, ਬਹੁਤ ਵਧੀਆ ਕਲਪਨਾ ਨਾ ਕਿ ਸਿੱਧੇ ਤੌਰ ਤੇ। ਫਿਲਹਾਲ ਤੇ ਮੈਂ ਸਟੂਡੀਓ ਤੋਂ ਹੀ ਪਹੁੰਚ ਰਿਹਾ, ਕਿਉਂਕਿ ਉੱਥੋਂ ਇੱਕ ਘਟਨਾ ਸਾਡੇ ਸਾਹਮਣੇ ਆ ਰਹੀ ਹੈ। ਬਿਲਕੁਲ, ਦੇਖੋ ਪਿੱਛੇ ਜੇ ਵੀ ਕਾਫੀ ਡਿਸਕਸ਼ਨਸ ਹੋਈਆਂ ਕਿ ਬਾਈਡਨ ਸਾਹਿਬ ਨੇ ਵੀ ਕਿਹਾ ਤੇ ਕਮਲਾ ਹੈਰਿਸਨ ਨੇ ਵੀ ਕਿਹਾ, ਜੋ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਨੇ, ਕਿ ਇਹ ਜਿਹੜਾ ਗਨ ਕਲਚਰ ਹੈ ਇਹਦੇ ਬਾਰੇ ਸੋਚਿਆ ਜਾਵੇ ਔਰ ਗਨ ਕਲਚਰ ਨੂੰ किस तरह असी नवा रूप देना, नवे कानून बनाने ने ताकि ये उत्ते स्टॉप किया जाए। तो एज लिमिट भी उन्होंने निश्चित की, पर एक होर घटना हो गई मैरीलैंड दे विच, फिर फायरिंग हुई है तो 3 बंदियां दी जान चली गई है। हालांकि काबू कर लिया उन्होंने गोली चलाने वाले नूं। 23 सालों का एक मुंडा है जिहदे कोल एक सैमी ऑटो पिस्टल है जिस नाल उसने फायरिंग की है और 3 बंदियां दी डेथ हुई है। सो फिर तो ये थोड़े दिनों के देखो कितनी घटनावां वापरदियां पईयां ने अमेरिका दे विच। देख लो, जिस तरह साढ़े दर्शकों नाल असीं हुणे जे गल कीती है कि केवल पंजाब विच ही नहीं सारा कुछ कि आ मार धाड़ा जां साडी जिहड़ी कानूनी व्यवस्था जां ज़्यादा जिहड़ा रौला पै रहा, मार धाड़ हो रही है और कई लोग मारे जा रहे हैं, कईयों को फरौतियां मंगियां जा रही, कईयों को पैसा इकट्ठा किया जाता। ये देख लो एक सुपर कंट्री है जिथे लोग बड़े सूझवान पढ़े लिखे आ और जिथे ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਨੇ ਤੇ ਬੜੀ ਹੈਰਾਨੀਜਨਕ ਸਾਡੇ ਤੱਕ ਗੱਲ ਪਹੁੰਚਦੀ ਹੈ। ਜਿਸ ਤਰ੍ਹਾਂ ਟੈਕਸਾਸ 'ਚ ਅਸੀਂ ਦੇਖਿਆ 18 ਸਾਲ ਦੇ ਮੁੰਡੇ ਨੇ ਕਿੰਨੇ ਮੁੰਡੇ ਮਾਰ ਦਿੱਤੇ ਸਕੂਲ 'ਚ ਐਂਟਰੀ ਲੈ ਕੇ, ਔਰ ਬੰਦੂਕ ਨਾਲ ਕਿੰਨੇ ਵਿਚਾਰਿਆਂ ਦਾ ਜਿਹੜਾ ਖੂਨ ਪੀਤਾ ਉਹਨੇ ਔਰ ਕੀ ਕੁਛ ਕਰਕੇ ਸਾਰੇ ਦੁਨੀਆ ਨੂੰ ਉਹਨੇ ਹੈਰਾਨੀਜਨਕ ਇਸ ਖਬਰ ਨਾਲ ਚਮਕਾ ਜਿਹੜਾ ਲੋਕਾਂ ਤੱਕ ਗੱਲ ਪਹੁੰਚਾਈ ਉਹਨੇ, ਔਰ ਇਹ ਮੀਡੀਆ ਰਾਹੀਂ ਪਹੁੰਚੀ। ਔਰ ਦੂਜੀ ਗੱਲ ਇਹ ਹੈਗਾ ਕਿ ਜਿਸ ਤਰ੍ਹਾਂ ਹੁਣ ਅਸੀਂ ਗੱਲ ਕਰ ਰਹੇ ਹਾਂ ਕਿ ਇਸ ਵੇਲੇ ਜਿਹੜੀ ਫਿਰ ਗੋਲੀ ਚੱਲੀ ਉੱਥੇ, ਉਹ ਵੀ 23 ਸਾਲ ਦਾ ਮੁੰਡਾ ਜਿਹੜਾ ਇਹ ਕੰਮ ਕਰ ਗਿਆ। ਔਰ ਇਹ ਦੇਖੋ ਇਹਨਾਂ ਦੇਸ਼ਾਂ ਵਿੱਚ ਜਿਹੜੀਆਂ ਗੱਲਾਂ ਵਾਪਰ ਜਾਂਦੀਆਂ ਤੇ ਜਿਹੜੇ ਡਿਵੈਲਪਿੰਗ ਕੰਟਰੀ ਆ, ਜਿਹੜੇ ਅਜੇ ਵਿਕਾਸ ਕਰ ਰਹੇ ਦੇਸ਼ ਆ, ਉਹਨਾਂ ਵਿੱਚ ਜੇ ਗੱਲ ਹੁੰਦੀ ਹੈ ਤਾਂ ਉਸੇ ਵੇਲੇ ਲੋਕਾਂ 'ਚ ਰੌਲਾ ਪੈ ਜਾਂਦਾ। ਦੇਖ ਲਓ ਕੈਨੇਡਾ 'ਚ ਵੀ ਗੱਲ ਕਈ ਵਾਰੀ ਹੋਈ ਹੈ, ਨਿਊਜ਼ੀਲੈਂਡ 'ਚ ਵੀ ਜਿਹੜੀ ਕ੍ਰਾਈਸਟ ਚਰਚ ਗੋਲੀ ਚੱਲੀ ਆ, ਉੱਥੋਂ ਦੀ ਜਿਹੜੀ ਜੈਸਟਿੰਡਿਕਾ ਪ੍ਰਧਾਨ ਮੰਤਰੀ, ਉਹਨੇ ਬੜਾ ਤਰੀਕੇ ਨਾਲ ਉਸ ਗੱਲ ਨੂੰ 'ਤੇ ਕਾਬੂ ਪਾਇਆ। ਫਿਰ ਉਹਨਾਂ ਨੇ ਜਿਹੜੇ ਹਥਿਆਰ ਦਾ ਜਿਹੜਾ ਲਾਇਸੈਂਸ ਬਣਦਾ ਸੀ ਉਹਨੇ ਉਹਨਾਂ ਨੂੰ ਵੀ ਰੋਕਿਆ। ਔਰ ਇਹੀ ਮਸਲਾ ਹੁਣ ਉੱਥੇ ਹੋਇਆ, ਇਹਨਾਂ ਦੀ ਸੰਸਦ ਵਿੱਚ ਪਾਸ ਹੋ ਗਿਆ ਕਿ ਉਹਨਾਂ ਨੇ ਕੀਤਾ ਕਿ ਵਾਈਟ ਹਾਊਸ 'ਚ ਕਿ ਇਹਨੂੰ ਫਿਰ ਦੁਬਾਰਾ ਜਿਹੜੇ ਲਾਇਸੈਂਸ ਜਾਰੀ ਹੋ ਰਿਹਾ ਇਹ ਪਾਰਟੀਕੂਲਰ ਏਜ ਤੱਕ ਹੋ ਜਾਣ, ਜਿਹਦੇ ਤੱਕ ਜਿਹੜੇ ਲੋਕਾਂ ਤੱਕ ਪਹੁੰਚ ਨਾ ਹੋਵੇ, ਨਹੀਂ ਤਾਂ ਮਨਮਾਨੀ ਕਰਦੇ ਆ, ਗੋਲੀ ਚਲਾਉਂਦੇ ਆ। ਇਹ ਗੱਲ ਸਿਰਫ ਹਥਿਆਰ ਜਿਹੜਾ ਹਰ ਬੰਦੇ ਕੋਲ ਮਾੜਾ ਹੁੰਦਾ, जिद को भी हथियार आ गया, जिद को वैपन आ गया, उन्हें वो चलाना ही है, कितने ना कितने गुस्से च आ गए, कभी आप भी सुसाइड बहुत हो रहे हैं, जिदे असीं कई बार पंजाब पुलिस के ऑफिसरां की गल देख रहे, खबर सुनते हैं, जिदे कुछ स्टूडेंट भी है, जिदे कुछ कुड़ियाँ भी आउंदियां। और ये पंजाब च नहीं पूरे हिंदुस्तान च भी गल हुंदी है। इस करके सानूं लगदी है कि साडा देश है, साडे देश च जदों कोई इदां दी खबर हुंदी है सानूं बहुत बुरी लगदी है। अमेरिका भी साडे उत्थे प्रवासी भारती रह रहे हैं, बड़े लोग रह रहे हैं, और ये लगातार ਟੈਕਸਾਸ ਤੋਂ ਬਾਅਦ ਇੱਕ ਇਹ ਖਬਰ ਆ ਗਈ। ਔਰ ਇਹ ਜਿਹੜੀ ਹੁਣ ਵੈਪਨ 'ਤੇ ਜਿਹੜਾ ਕੰਟਰੋਲ ਕਰਨ ਦੀ ਗੱਲ ਹੈ, ਜਿਹੜਾ ਕੈਨੇਡਾ ਇਹ ਪਹਿਲਾਂ ਕੰਟਰੋਲ ਕਰ ਲਿਆ। ਉੱਥੋਂ ਦੇ ਜਿਹੜੇ ਪ੍ਰਧਾਨ ਮੰਤਰੀ ਆ ਉਹਨਾਂ ਨੇ ਰੋਕ ਲਈ ਲਾ ਦਿੱਤੀ, ਉਹਨਾਂ ਨੇ ਰੋਕ ਲਾ ਦਿੱਤੀ ਉਹਦੇ 'ਤੇ। ਔਰ ਉਹਦੇ 'ਤੇ ਉਹਨਾਂ ਨੇ ਪਹਿਲੋਂ ਇਹ ਕੀਤਾ ਕਿ ਜਿਹੜੇ ਹਥਿਆਰ ਇਸ਼ੂ ਹੋਣਗੇ, ਲਾਇਸੈਂਸ ਬਣੂਗਾ, ਇਹ ਬੜੇ ਪੇਚੀਦਾ ਤਰੀਕੇ ਨਾਲ ਬਣੂਗਾ, ਆਮ ਬੰਦੇ ਨੂੰ ਨਹੀਂ ਲਿਆ ਜਾਊਗਾ। ਇੱਕ ਸਮਾਂ ਇਹ ਆਇਆ ਸੀਗਾ ਅਮਰੀਕਾ 'ਚ ਕਿ ਗੰਨਾਂ ਜਿਹੜੀਆਂ ਹੈਗੀਆਂ ਜਾਂ ਰਿਵਾਲਵਰ ਆ, ਇਹ ਮਾਰਕੀਟ 'ਚ ਸ਼ਰੇਆਮ ਵਿਕ ਰਹੇ ਸੀਗੇ, ਲੋਕ ਲੈ ਰਹੇ ਸੀਗੇ ਤੇ ਖਰੀਦ ਰਹੇ ਸੀ, ਹਰ ਬੰਦਾ ਬੰਦੂਕ ਲੈ ਕੇ ਤੁਰਿਆ ਫਿਰਦਾ ਸੀਗਾ। ਜਦੋਂ ਕਿ ਇੱਦਾਂ ਦੀ ਸੁਪਰ ਕੰਟਰੀ ਹੈ ਜਿੱਥੇ ਲੋਕਾਂ ਦੀ ਜਿਹੜੀ ਆਰਥਿਕ ਸਥਿਤੀ ਹੈ ਬਹੁਤ ਵਧੀਆ ਹੈਗੀ ਆ, ਪਾਏਦਾਰ ਲੋਕ ਨੇ
ਔਰ ਉਹ ਲੋਕ ਜੇ ਇਹਨਾਂ ਵਹਿਣ 'ਚ ਆ ਜਾਣ, ਇਸੇ ਤਰ੍ਹਾਂ ਦੇ ਖੂਹ 'ਚ ਆ ਡਿੱਗਣ ਤੇ ਬੜੀ ਬੁਰੀ ਗੱਲ ਲੱਗਦੀ ਆ। ਜਿੱਥੇ ਲੋਕ ਅਜੇ ਵਿਕਾਸ ਕਰ ਰਹੇ ਆ, ਅਜੇ ਉਹਨਾਂ 'ਚ ਅਜੇ ਝੰਜਟ ਝਮੇਲਾ ਵਾ ਪੈਸੇ ਦਾ, ਧੇਲੇ ਦਾ ਸਾਰਾ। ਜਿਸ ਬੰਦੇ ਕੋਲ ਕੋਈ ਬਹੁਤ ਜ਼ਿੰਮੇਵਾਰੀ ਨਹੀਂ, ਜਿਹਨਾਂ ਕੋਲ ਐਜੂਕੇਸ਼ਨ ਬਹੁਤ ਵਧੀਆ, ਮੈਡੀਕਲ ਬਹੁਤ ਅੱਛਾ ਉਹਨਾਂ ਦਾ, ਔਰ ਬੇਰੁਜ਼ਗਾਰੀ ਭੱਤਾ ਮਿਲ ਰਿਹਾ ਉਹਨਾਂ ਨੂੰ, ਇੰਡਸਟਰੀ ਆ, ਸਾਰਾ ਕੁਛ ਹੈਗਾ। ਅਸੀਂ ਆਨੇ ਕਿ ਇੱਥੇ ਤੇ ਲੋਕ ਮਰ ਰਹੇ ਆ, ਕਈ ਵਾਰੀ ਆਰਥਿਕ ਪਾੜਾ ਭੁੱਖਮਰੀ ਦੇ ਨਾਲ ਵੀ ਮਰ ਰਹੇ ਆ, ਕਈਆਂ ਦਾ ਇਲਾਜ ਨਹੀਂ ਹੁੰਦਾ, ਉਹ ਸੁਸਾਈਡ ਕਰ ਜਾਂਦੇ ਆ। ਕਈ ਚੀਜ਼ਾਂ ਦੀਆਂ ਇੱਥੇ ਮਜਬੂਰੀਆਂ ਇਹਨਾਂ 'ਚ, ਪਾਕਿਸਤਾਨ 'ਚ, ਬੰਗਲਾਦੇਸ਼ 'ਚ, ਇਹਦੇ 'ਚ ਜਿਹੜਾ ਹੈਗਾ ਸ਼੍ਰੀਲੰਕਾ 'ਚ ਦੇਖੋ ਕੀ ਹਾਲ ਹੋ ਗਿਆ। ਔਰ ਚਾਈਨਾ ਵਰਗੇ ਦੇਸ਼ ਤਾਂ ਸੁਪਰ ਦੇਸ਼, ਉਹਨਾਂ 'ਚ ਤਾਂ ਕੋਈ ਇੱਦਾਂ ਦੀ ਗੱਲ ਨਹੀਂ, ਪਰ ਫਿਰ ਵੀ ਗਰੀਬੀ ਜਿਹੜੀ ਆ ਹਰ ਦੇਸ਼ 'ਚ ਆ। ਅਮਰੀਕਾ ਵੀ ਇਸ ਗੱਲ 'ਤੇ ਜੂਝ ਰਿਹਾ। ਜਿਹੜੇ ਪੁਲ ਨੇ, ਪੁਲਾਂ 'ਚ ਕਿਸੇ ਵੀਡੀਓ ਦੇਖੋ, ਪੁਲਾਂ ਦੇ ਥੱਲੇ ਉਸ ਤਰ੍ਹਾਂ ਵਿਚਾਰੇ ਬੈਠੇ ਆ, ਉੱਦਾਂ ਹੀ ਮੰਗ ਰਹੇ ਆ, ਉਸੇ ਤਰ੍ਹਾਂ ਕੱਪੜੇ ਮੰਗ ਰਹੇ ਆ, ਲੋਕ ਦਿੰਦੇ ਉਹਨਾਂ ਨੂੰ ਆ ਕੇ, ਜਿਹਦੇ 'ਚ ਖਾਸ ਤੌਰ 'ਤੇ ਪੰਜਾਬੀ ਪ੍ਰਵਾਸੀ ਭਾਰਤੀ ਜ਼ਿਆਦਾ ਨਜ਼ਰ ਆਉਣਗੇ। ਇਹ ਹੈਗੀ ਆ ਇਸ ਵੇਲੇ ਗਲੋਬਲਾਈਜੇਸ਼ਨ, ਵਿਸ਼ਵ ਦੀ ਇੱਕ ਨਿਊਜ਼ ਜਿਹੜੀ ਅੰਤਰਰਾਸ਼ਟਰੀ ਤੌਰ 'ਤੇ ਲੋਕਾਂ ਦੇ ਦਿਲਾਂ 'ਚ ਨਹੀਂ, ਲੋਕਾਂ ਦੇ ਪੂਰੇ ਸਰੀਰ 'ਚ ਘਰ ਕਰ ਗਈ ਹੈ, ਜਿਹਨੂੰ ਅਸੀਂ ਗਰੀਬੀ ਕਹਾਂਗੇ, ਜਾਂ ਜਿਹਦੇ 'ਚ ਅਸੀਂ ਕਹਾਂਗੇ ਕਿ ਲੋਕ ਇਸ ਵੇਲੇ ਬਿਲਕੁਲ ਗਲਤ ਤਰੀਕੇ ਨਾਲ ਲੋਕਾਂ ਨਾਲ ਪੇਸ਼ ਆ ਰਹੇ ਆ। ਜਿਸ ਤਰ੍ਹਾਂ ਹੁਣ ਆਹ ਖਬਰ ਸੁਣੀ ਆ, ਦੇਖ ਲਓ ਕਿੰਨੀ ਗੱਲ ਮਾੜੀ ਹੈ ਕਿ 23 ਸਾਲ ਦਾ ਮੁੰਡਾ ਜਿਹੜਾ ਕਈਆਂ ਲੋਕਾਂ ਨੂੰ ਜਿਹੜਾ ਸਦਾ ਦੀ ਨੀਂਦੇ ਸਵਾ ਗਿਆ। ਇਹ ਗੱਲਾਂ ਬਹੁਤ ਮਾੜੀਆਂ। ਤੁਹਾਡੀ ਇਹ ਗੱਲ ਬਿਲਕੁਲ ਦਰੁਸਤ ਹੈ। ਹਾਂਜੀ, ਹੁਣ ਆਪਾਂ ਪੰਜਾਬ ਦੀ ਧਰਤੀ ਦੀ ਗੱਲ ਕਰੀਏ, MSP ਤੈਅ ਹੋ ਗਈ ਹੈ, ਖੁਸ਼ਖਬਰੀ ਹੈ, ਪਰ ਨਾਲ ਦੀ ਨਾਲ ਇਹ ਵੀ ਹੈ ਕਿ ਪਬਲਿਕ ਨੂੰ ਜਿਹੜਾ ਅਨਾਜ ਮਿਲਣਾ ਹੈ, ਆਟਾ ਦਾਲ ਮਿਲਣੀ ਹੈ, ਮਹਿੰਗਾਈ ਦੀ ਮਾਰ ਹੋਰ ਝੱਲਣੀ ਪੈਣੀ, ਮਹਿੰਗਾਈ ਹੋਰ ਜ਼ਿਆਦਾ ਹੋ ਜਾਏਗੀ, ਤੇਲ ਦੀਆਂ ਕੀਮਤਾਂ ਵੀ ਵਧਣਗੀਆਂ, ਜਿਹੜਾ ਖਾਣ ਦਾ ਤੇਲ ਹੈ, ਐਡੀਬਲ ਆਇਲ, ਨਾਲ ਦੀ ਨਾਲ ਦਾਲਾਂ ਦੀਆਂ ਕੀਮਤਾਂ, ਆਟੇ ਦੀਆਂ ਕੀਮਤਾਂ। ਸੋ ਇੱਕ ਪਾਸੇ ਸ਼ਰਾਬ ਸਸਤੀ, ਰੋਟੀ ਮਹਿੰਗੀ। ਹੁਣ ਇਹ ਹਾਲਾਤ ਪੰਜਾਬ ਦੇ ਵਿੱਚ ਪੈਦਾ ਹੋਣ ਜਾ ਰਹੇ ਨੇ। ਬਿਲਕੁਲ ਗੱਲ ਤੁਹਾਡੀ ਸਹੀ ਹੈ ਕਿ ਜਿਹੜੀ ਆਮ ਲੋਕ ਨੇ, ਜਿਹੜੇ ਵਿਚਾਰੇ ਇਸ ਆਬਾਦੀ 'ਚ ਰਹਿ ਰਹੇ ਆ, ਜਿਹੜੇ ਦਿਹਾੜੀਦਾਰ ਆ, ਗਰੀਬ ਆ, ਜਿਨ੍ਹਾਂ ਦੇ ਬੱਚੇ ਆ, ਉਹਨਾਂ ਲਈ ਇਹ ਖਬਰ ਬੜੀ ਮਾੜੀ ਹੁੰਦੀ ਹੈ। ਜਿੱਦਾਂ MSP ਆ, ਜਿਹੜੀ ਘੱਟੋ ਘੱਟ ਸਮਰਥਨ ਮੁੱਲ ਕੇਂਦਰ ਨੇ ਦੇ ਦਿੱਤਾ, ਜਿਸ 'ਚ ਹਾੜੀ ਅਤੇ ਸਾਉਣੀ ਦੀਆਂ ਫਸਲਾਂ ਨੂੰ, ਇਸ ਵੇਲੇ ਜਿਹੜੀ ਸਾਉਣੀ ਦੀ ਫਸਲ ਆ ਰਹੀ ਹੈ, ਜਿਸ 'ਚ ਝੋਨਾ, ਉਹ ਝੋਨੇ ਨੂੰ 100 ਰੁਪਇਆ ਪ੍ਰਤੀ ਕੁਇੰਟਲ ਇਜ਼ਾਫਾ ਹੋ ਗਿਆ, ਅਤੇ ਜਿਹੜੀ ਮੱਕੀ ਆ ਉਹਦਾ 92 ਰੁਪਏ ਪ੍ਰਤੀ ਕੁਇੰਟਲ, ਔਰ ਸਭ ਤੋਂ ਜ਼ਿਆਦਾ ਜਿਹੜਾ ਤਿਲਾਂ ਨੂੰ, ਜਿਹਦੇ ਤੇਲ ਅਸੀਂ ਵਰਤਦੇ ਹਾਂ, ਉਹਨੂੰ 523 ਰੁਪਏ ਜਿਹੜਾ ਉਹ ਬੜਾਵਾ ਹੋ ਗਿਆ, ਔਰ ਉਹਦੇ ਨਾਲ ਤੇਲ ਵਾਲੀਆਂ ਫਸਲਾਂ ਦਾ ਵੀ ਹੋ ਗਿਆ। ਮੂੰਗੀ ਦਾ ਤਾਂ ਪਹਿਲਾਂ ਵੀ ਕੀਤਾ ਸੀ, ਉਹ 75 ਤੋਂ 7572 ਰੁਪਏ ਉਹਦਾ ਰੇਟ ਵਧਿਆ ਮੂੰਗੀ ਦਾ। ਜਦੋਂ ਕਿ ਪੰਜਾਬ 'ਚ ਜੇ ਦਾਲਾਂ ਇੰਨੀਆਂ ਨਹੀਂ ਬੀਜਦੇ, ਪਰ ਫਿਰ ਵੀ 30 ਮੈਟਰਿਕ ਟਨ ਜਿਹੜਾ ਇੱਥੋਂ ਪੈਦਾ ਹੁੰਦੀ ਹੈ ਜਿਹੜੀ ਮੂੰਗੀ। ਔਰ ਇਹਦੇ ਵਿੱਚ ਇਹ ਹੋ ਗਿਆ ਕਿ ਜੇ ਅਸੀਂ ਗੱਲ ਕਰੀਏ, ਹੁਣ ਆਬਕਾਰੀ ਨੀਤੀ ਜਿਹੜੀ ਆ ਗਈ ਹੈ, ਉਹ 1 ਜੁਲਾਈ ਤੋਂ ਲਾਗੂ ਹੋਣੀ ਹੈ, ਔਰ ਉਹਦੇ 'ਚ ਇਹਨਾਂ ਨੇ ਕਿਹਾ ਕਿ ਜਿਹੜੇ ਪੜੋਸੀ ਸੂਬੇ ਨੇ, ਪ੍ਰਾਂਤ ਨੇ, ਉਹਨਾਂ ਤੋਂ ਜਿਹੜੀ ਸ਼ਰਾਬ ਆ ਕੇ ਵਿਕਦੀ ਸੀ, ਉੱਤੇ ਅਸੀਂ ਰੋਕ ਲਾਵਾਂਗੇ, ਤਾਂ ਕਿ ਪੰਜਾਬ ਦੀ ਜਿਹੜੀ ਬਣੀ ਆ, ਡਿਸਟਿਲਰੀਆਂ ਪੰਜਾਬ 'ਚ ਬਹੁਤ ਹੈਗੀਆਂ, ਜਿਸ 'ਚ ਬਲੈਂਡਡ ਵਿਸਕੀ ਆ, ਦੂਸਰੀਆਂ ਕੰਟਰੀ ਮੇਡ ਵੀ ਆ, ਕਈ ਤਰ੍ਹਾਂ ਦੀਆਂ ਵਿਸਕੀਆਂ ਬਣਦੀਆਂ। ਉਹ ਕਹਿੰਦੇ ਕਿ ਇਹਦੇ 'ਚੋਂ ਆਬਕਾਰੀ ਨੀਤੀ ਨਾਲ ਬਹੁਤ ਜਿਹੜਾ ਆਰਥਿਕ ਜਿਹੜੀ ਹੈ ਪੱਧਰ ਵਧੇਗਾ, ਔਰ ਇਹਦੇ 'ਚ ਇਨਕਮ ਵਧੇਗੀ ਪੰਜਾਬ ਗੌਰਮੈਂਟ। 40% ਤੋਂ ਜ਼ਿਆਦਾ ਮੁਨਾਫਾ ਹੋਣ ਜਾ ਰਿਹਾ। ਜੋ ਪਹਿਲਾਂ ਪਿਛਲੇ ਸਾਲ ਐਕਸਾਈਜ਼ ਡਿਊਟੀ ਤੋਂ ਫਾਇਦਾ ਹੋਇਆ ਸੀ, ਉਹਦੇ 40% ਤੋਂ ਜ਼ਿਆਦਾ ਇਜ਼ਾਫਾ ਹੋਏਗਾ। ਸੋ ਹੋਰ ਜ਼ਿਆਦਾ ਕਲੈਕਸ਼ਨ ਹੋਏਗੀ ਤੇ ਖਜ਼ਾਨੇ ਭਰਨਗੇ ਪੰਜਾਬ ਦੇ, ਕਿਉਂਕਿ ਸ਼ਰਾਬ ਬਹੁਤ ਵਿਕੇਗੀ, ਸਸਤੀ ਕਰ ਦਿੱਤੀ ਹੈ ਤਾਂ ਕਿ ਇਹਦੀ ਸੇਲ ਜ਼ਿਆਦਾ ਹੋ ਸਕੇ, ਲੋਕ ਵੱਧ ਤੋਂ ਵੱਧ ਸ਼ਰਾਬ ਪੀਣ, ਪੰਜਾਬ 'ਚ ਕੰਜ਼ੰਪਸ਼ਨ ਜ਼ਿਆਦਾ, ਐਕਸਾਈਜ਼ ਮਿਲੇ ਸਾਡੇ ਪੰਜਾਬੀ ਸੂਬੇ ਨੂੰ। ਠੀਕ ਹੈ, ਤਾਂ ਇਹ ਚੀਜ਼ ਹੈ, ਕਿਉਂਕਿ ਹਾਸਾ ਵੀ ਆਉਂਦਾ ਕਿ ਦੱਸੋ ਇਹ ਕੀ ਹੋ ਰਿਹਾ ਹੈ, ਮਤਲਬ ਸ਼ਰਾਬ ਵੱਧ ਪੀਓ ਜੀ ਤੇ ਵੱਧ ਪੈਸਾ ਦਿਓ। ਸਾਰੀ ਸਰਕਾਰਾਂ ਨੇ, ਇਹ ਭਗਵੰਤ ਮਾਨ ਦੀ ਸਰਕਾਰਾਂ ਨੇ ਕੀਤਾ, ਪਿਛਲੀ ਸਾਰੀਆਂ ਸਰਕਾਰਾਂ ਮਤਲਬ ਪੂਰਾ ਖਿਆਲ ਦਿੱਤਾ, ਉਹਨਾਂ ਨੇ ਪੂਰਾ ਖਿਆਲ ਦਿੱਤਾ ਹੈ। ਔਰ ਜੇ ਤੁਸੀਂ ਗੱਲ ਕੀਤੀ ਅੱਗੇ ਆਟੇ ਦਾਣੇ ਦੀ, ਜਾਂ ਜੋ ਦਾਲਾਂ ਨੇ ਉਹ ਮਹਿੰਗੀਆਂ ਮਹਿੰਗੀਆਂ ਹੋਣਗੀਆਂ, ਉਹਦੇ 'ਚ ਜਿਹੜਾ ਦਾਲ ਆ ਉਹ ਵੀ ਬੜੀ ਮਹਿੰਗੀ ਆ, 100 ਰੁਪਏ ਤੋਂ ਉੱਪਰ ਹੀ ਕਿਲੋ ਮਿਲ ਰਹੀ ਹੈ। ਕੰਟਰਾਸਟ ਹੀ ਕਰਦਾ ਪਿਆ ਕਿ ਰੋਟੀ ਪਾਣੀ ਛੱਡ ਦਿਓ ਤੇ ਸ਼ਰਾਬ ਪੀਓ, ਉਹ ਸਸਤੀ ਹੈ। ਰੋਟੀ ਦਾਲ ਦਾ ਕੀ ਕਰਨਾ ਆਪਾਂ, ਉਹ ਤਾਂ ਆਪਣੇ ਕੰਮ ਨਹੀਂ ਆਉਣੀ, ਸ਼ਰਾਬ ਕੰਮ ਆਉਣੀ ਹੈ ਆਪਣੇ। ਪਤਾ ਨਹੀਂ ਮਤਲਬ ਜੇ ਕਿਸੇ ਬੰਦੇ ਨੂੰ ਜਿਹੜਾ ਸੰਜੀਦਾ ਬੰਦੇ ਨੇ, ਜਾਂ ਬਿਲਕੁਲ ਜਿਹਨੂੰ ਆਪਾਂ ਕਹੀਏ ਕਿ ਸੰਸਕਾਰਾਂ ਨਾਲ ਜੁੜੇ ਹੋਏ ਲੋਕ, ਉਹਨਾਂ ਨੂੰ ਇਹ ਗੱਲ ਬੜੀ ਅਜੀਬ ਲੱਗਦੀ ਹੈ। ਉਹ ਇਸ ਇਕਨੋਮਿਕਸ 'ਚ ਨਹੀਂ ਜਾਣਗੇ ਕਿੱਧਰੋਂ ਪੈਸਾ ਆ ਰਿਹਾ ਤੇ ਕਿਵੇਂ ਆ ਰਿਹਾ। ਉਹ ਸਿੱਧੀ ਸਾਦੀ ਗੱਲ ਕਰਨਗੇ ਵੀ ਤੁਸੀਂ ਸਿਟੀਜ਼ਨਸ ਦੀਆਂ ਸਿਹਤਾਂ ਨਾਲ ਖੇਡ ਰਹੇ ਹੋ। ਠੀਕ ਹੈ, ਪਾਲਿਸੀ ਹੈ, ਤੇ ਜਿੱਥੇ ਖੁਰਾਕ ਚਾਹੀਦੀ ਹੈ ਉਹ ਖੁਰਾਕ ਮਹਿੰਗੀ ਕਰ ਦਿੱਤੀ ਗਈ ਹੈ, ਜਿਹੜੀ ਸਿਹਤ ਨੂੰ ਬਣਾਏਗੀ, ਜਿਹੜੀ ਸਿਹਤ ਨੂੰ ਖਰਾਬ ਕਰੇਗੀ ਉਹ ਸਸਤੀ ਕਰ ਦਿੱਤੀ ਗਈ ਹੈ। ਮਤਲਬ ਤੁਹਾਨੂੰ ਇਹ ਤੁਸੀਂ ਇਹਦੇ 'ਤੇ ਕੀ ਕਮੈਂਟ ਕਰਨਾ ਚਾਹੋਗੇ? ਤੁਹਾਨੂੰ ਕੀ ਲੱਗਦਾ ਇਹ ਪਾਲਿਸੀ ਕੀ ਹੈ? ਇਹ ਕੋਈ ਸੰਤੁਲਨ ਬਣਦਾ ਪਿਆ ਜਾਂ ਕੀ ਬਣਦਾ ਪਿਆ? ਇਹ ਜੋ ਭਾਰਤ ਦੇ ਨਾਗਰਿਕ ਜਾਂ ਪੰਜਾਬ ਦੇ ਨਾਗਰਿਕ ਨੇ, ਫਿਲਹਾਲ ਆਪਾਂ ਗੱਲ ਕਰੀਏ,
ठीक है पॉलिसी के नाते तुसी कोई भी पॉलिसी बना सकते हो, ये किधर ਨੂੰ जा रहा है क्योंकि MSP ਜ਼ਰੂਰ ਤੁਸੀਂ ਤੈਅ ਕਰ ਦਿੱਤੀ ਪਰ ਪ੍ਰਾਈਵੇਟ ਕੰਪਨੀਜ਼ ਇਹਦੇ ਵਿੱਚ ਦਖਲਅੰਦਾਜ਼ੀ ਕਰਨਗੀਆਂ ਕਿਉਂਕਿ ਉਹਨਾਂ ਨੇ ਸਮਾਨ ਵੇਚਣਾ, ਖਰੀਦਿਆ ਉਹਨਾਂ ਨੇ ਹੈ ਤਾਂ ਉਹਨਾਂ ਨੇ ਪੂਰਾ ਮੁਨਾਫਾ ਲੈਣਾ ਹੈ ਕਿਉਂਕਿ ਲੋਕਾਂ ਦੀਆਂ ਜ਼ਰੂਰਤਾਂ ਨੇ। ਹੁਣ ਰੋਟੀ ਤਾਂ ਜ਼ਰੂਰਤ ਹੈ, ਬੇਸਿਕ ਜ਼ਰੂਰਤ ਹੈ, ਉਹ ਜਿੰਨੀ ਮਹਿੰਗੀ ਕਰ ਦੇਣਗੇ ਉਨੀ ਮਹਿੰਗੀ ਤੁਹਾਨੂੰ ਖਰੀਦਣੀ ਪਏਗੀ, ਨਹੀਂ ਤਾਂ ਭੁੱਖੇ ਮਰੋ। ਸੋ ਦਾਲਾਂ ਜਿੰਨੀਆਂ ਮਰਜ਼ੀ ਮਹਿੰਗੀਆਂ ਕਰ ਦੇਣ ਖਰੀਦਣੀਆਂ ਪੈਣਗੀਆਂ, ਨਹੀਂ ਤਾਂ ਭੁੱਖੇ ਮਰੋ। ਜੇ ਅਨਾਜ ਮਹਿੰਗਾ ਹੈ ਮਤਲਬ ਕਹਿੰਦੇ ਨੇ ਕਿ ਜੇ ਕਿਸੇ ਨੂੰ ਕੰਟਰੋਲ ਕਰਨਾ ਨਾ ਤੁਸੀਂ ਤਾਂ ਉਹਦੀ ਰੋਟੀ ਨੂੰ ਕੰਟਰੋਲ ਕਰ ਲਵੋ, ਉਹ ਆਪੇ ਤੁਹਾਡਾ ਗੁਲਾਮ ਬਣ ਜਾਏਗਾ। क्यों? क्योंकि रोटी तो उत्ते कुछ भी नहीं है। भुख के सामने कोई बंदा राज गद्दी तक अपनी छड़ सकता है। जे उन्होंने कहो ना तेन रोटी दे देंगे तो तू राज गद्दी छड़ दे, उन्होंने भुख लगी हो डाढ़ी वो छड़ देगा क्योंकि भुख ऐसी चीज़ है। तो इस करके इस चीज़ को महंगा कर दिता जाए, जी बेसिक जरूरत है उसनों महंगा करो, मुनाफा कमाओ। ये तुहानूं किद्दां दी सोच लगती है? जिस तरह पंजाब के अंकड़े दसदे आ फसलों के, वो हैगा कि जिहड़ियां जिस तरह तुसीं जिक्र किया प्राइवेट कंपनियां दा, प्राइवेट कंपनियां 40 ਤੋਂ 70% तक ये मुनाफा खट्टणगे इस मामले जदों कि बाकी चीज़ां जिहड़ियां महंगियां हो गईयां, महंगे होने तो बाद जदों इन्हां ने फिर लै लियां, लैण तो बाद जदों उन्हां ने खरीदियां तो फिर वो पैसा उन्हां दे गलियां 'च जाऊगा। ये हो गई गल प्राइवेट कंपनियां दी। पर जदों असीं आम वरतों 'च लिआउण वाली चीज़ां जिहड़ियां जिह 'च दालां ने, तेल हैगा, आटा तो रोज़ ही है, आटा तो पकना ही हैगा। ਜਦੋਂ ਆਂਦੇ ਨਾ ਵੀ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ, ਉਹ ਤੋਂ ਬਗੈਰ ਕੁਛ ਨਹੀਂ ਗੱਲ ਸੁੱਝਦੀ। ਰੋਟੀ ਤੋਂ ਬਗੈਰ ਤਾਂ ਗੱਲ ਨਹੀਂ ਚੱਲਣੀ। ਕਰੋੜਾਂਪਤੀ ਅਰਬਪਤੀ ਵੀ ਰਾਤ ਨੂੰ ਰੋਟੀ ਤੋਂ ਬਗੈਰ ਨੀਂਦ ਨਹੀਂ ਆਊਗੀ ਤੇ ਗਰੀਬ ਆਦਮੀ ਵੀ ਵਿਚਾਰਾ ਜਿਹੜਾ ਦਿਹਾੜੀ ਕਰਕੇ ਉਹਨੇ ਤੇ ਰੋਟੀ ਖਾਣੀ ਹੈ। ਮਸਲਾ ਇੱਕ ਹੈ ਰੋਟੀ ਦਾ ਜਿਹਦੇ ਤੇ ਸਾਰੀ ਦੁਨੀਆ ਦੀ ਲੜਾਈ ਹੁੰਦੀ ਹੈ, ਸਾਰੇ ਦੇਸ਼ ਲੜਦੇ ਆ। ਪਰ ਕਈ ਜ਼ਿਆਦਾ ਕਹਿ ਲੈਂਦੇ ਕਿ ਸਟੋਰ ਕਰ ਦਈਏ ਹਰ ਚੀਜ਼ਾਂ ਨੂੰ, ਹਰ ਤਰੀਕੇ ਨਾਲ ਸਟੋਰ ਹੋ ਜਾਣ। ਜਦੋਂ ਅਸੀਂ ਗੱਲ ਕਰਦੇ ਹਾਂ ਪਿਆਜ਼, ਪਿਆਜ਼ ਜਿੱਦਾਂ ਆਟੇ ਵਾਂਗੂ ਪੈਂਦਾ, ਆਟਾ ਰੋਜ਼ ਪੱਕਦਾ, ਪਿਆਜ਼ ਵੀ ਹਰ ਸਬਜ਼ੀ 'ਚ ਪੈਂਦਾ। ਹਰ ਸਬਜ਼ੀ 'ਚ ਜੇ ਅਸੀਂ ਬਣਾਉਂਦੇ ਹਾਂ ਉਹਦੇ 'ਚ ਪਿਆਜ਼ ਤਾਂ ਪੈਣਾ। ਫਿਰ ਜੇ ਅਸੀਂ ਮੀਟ ਬਣਾਉਂਦੇ ਉਹਦੇ 'ਚ ਤਾਂ ਪਿਆਜ਼ ਜ਼ਿਆਦਾ ਹੀ, ਉਹਦੇ 'ਚ ਲਸਣ ਵੀ ਪਏਗਾ, ਟਮਾਟਰ ਵੀ ਪਏਗਾ, ਮਿਰਚਾਂ ਵੀ ਪੈਣਗੀਆਂ, ਅਦਰਕ ਵੀ ਪਏਗਾ, ਉਹ 'ਚ ਸਾਰਾ ਕੁਝ ਪੈਣਾ। ਪਰ ਇਹ ਪਿਆਜ਼ ਜਦੋਂ ਲੋਕ ਸਟੋਰ ਕਰ ਲਿਆ ਇਸ ਵੇਲੇ ਤਾਂ ਠੀਕ ਹੈਗਾ, ਜਦੋਂ ਸਟੋਰ ਕਰ ਲੈਂਦੇ 80 ਰੁਪਏ 90 ਰੁਪਏ 100 ਤੋਂ ਵੀ ਉੱਪਰ ਚਲੇ ਗਿਆ ਸੀ। ਔਰ ਉਹਦੇ 'ਚ ਇਹ ਸੀਗਾ ਕਿ ਨਾਸਿਕ ਤੋਂ ਆਉਂਦਾ ਰਿਹਾ, ਮਹਾਰਾਸ਼ਟਰ ਤੋਂ ਪਿਆਜ਼। ਹੁਣ ਪੰਜਾਬ 'ਚ ਤਾਂ ਪੈਦਾਵਾਰ ਉਨੀ ਹੋਈ, ਲਸਣ ਵੀ ਉਨਾ ਹੀ ਹੈਗਾ, ਅਦਰਕ ਵੀ ਉਨਾ ਹੀ ਪੈਦਾ ਹੁੰਦਾ, ਉਨਾ ਹੀ ਪਿਆਜ਼ ਹੁੰਦਾ। ਖੈਰ ਇਹ ਤਾਂ ਚੀਜ਼ਾਂ ਕਾਮਨ ਨੇ। ਇਹ ਤਾਂ ਮੀਟ ਵਿੱਚ ਕੀ ਕਿ ਇਹ ਤਾਂ ਤੜਕਾ ਹੈ, ਬੇਸਿਕ ਪੰਜਾਬੀ ਤੜਕਾ ਹੈ। ਪੰਜਾਬੀ ਤੜਕੇ ਦੇ ਵਿੱਚ ਸਭ ਕੁਝ ਪੈਂਦਾ। ਤਾਂ ਭਾਵੇਂ ਉਹ ਦਾਲ ਨੂੰ ਹੀ ਤੜਕਾ ਲਗਾਉਣਾ ਹੋਵੇ ਉੱਥੇ ਵੀ ਕਈ ਵਾਰ ਲਸਣ, ਪਿਆਜ਼, ਟਮਾਟਰ, ਅਦਰਕ ਸਭ ਕੁਝ ਪਏਗਾ। ਸੋ ਮਿਰਚਾਂ ਪੈਣਗੀਆਂ, ਕਈ ਲਾਲ ਮਿਰਚਾਂ ਬੜੀ ਤੇਜ਼ ਖਾਂਦੇ ਨੇ। ਸੋ ਇਹ ਸਭ ਚੀਜ਼ਾਂ ਤਾਂ ਪੈਣਗੀਆਂ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਕਿਸ ਤਰ੍ਹਾਂ ਦਾ ਲੋਕਤੰਤਰ ਚਲਾ ਰਹੇ ਹਾਂ। ਸੋਚਣ ਵਾਲੀ ਗੱਲ ਇਹ ਹੈ ਕਿ ਲੋਕਾਂ ਦੀਆਂ ਸਿਹਤਾਂ ਨਾਲ ਖੇਡੋ, ਸ਼ਰਾਬ ਸਸਤੀ ਕਰੋ ਤੇ ਜਿਹੜੀ ਚੀਜ਼ ਸਿਹਤ ਬਣਾਉਂਦੀ ਉਹ ਮਹਿੰਗੀ ਕਰੋ। ਇਹ ਕਿੱਦਾਂ ਦਾ ਲੋਕਤੰਤਰ ਚਲਾ ਰਹੇ ਹਾਂ। ਤੇ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹ ਆਪਣਾ ਮੁਨਾਫਾ ਕਮਾਉਣ, ਮਤਲਬ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸਿਰਫ ਆਪਣਾ ਬਾਟਮ ਲਾਈਨ ਇਜ਼ ਕਿ ਇੱਕ ਬੈਲੈਂਸ ਸ਼ੀਟ ਤਿਆਰ ਕਰ ਲਓ। ਲਾਈਫ ਨੂੰ ਤੁਸੀਂ ਬੈਲੈਂਸ ਸ਼ੀਟ ਬਣਾ ਲਿਆ, ਪ੍ਰੋਫਿਟ ਲਾਸ। ਆਫਟਰ ਆਲ ਇਨਸਾਨ ਨੂੰ ਇਨਸਾਨ ਸਮਝੋ। ਇਹ ਕੀ ਪ੍ਰੋਡਕਟਸ ਥੋੜ੍ਹਾ ਨੇ ਕਿ ਇਨਸਾਨ ਨੂੰ ਤੁਸੀਂ ਪ੍ਰੋਡਕਟਸ ਵਾਕਨ ਡੀਲ ਕਰ ਰਹੇ ਹੋ ਕਿ ਕਿੱਥੋਂ ਅਸੀਂ ਖਿੱਚ ਸਕਦੇ ਹਾਂ ਮਨੀ ਖਿੱਚੋ। ਮਤਲਬ ਇਹ ਹੈ ਕਿ ਜੋ ਸਾਡੇ ਬਜ਼ੁਰਗ ਰਹੇ ਨੇ ਨਾ, ਜਿਨ੍ਹਾਂ ਨੇ ਆਜ਼ਾਦੀ ਲੈ ਕੇ ਦਿੱਤੀ ਜਾਂ ਜਿਨ੍ਹਾਂ ਨੇ ਸਾਰੇ ਪਾਲਿਸੀਆਂ ਬਣਾਈਆਂ ਸ਼ੁਰੂ ਤੋਂ, ਡਾਕਟਰ ਭੀਮਰਾਓ ਅੰਬੇਦਕਰ ਜਿਨ੍ਹਾਂ ਨੇ ਸੰਵਿਧਾਨ ਬਣਾਇਆ, ਤਾਂ ਇਸ ਤਰ੍ਹਾਂ ਦੇ ਡਾਕਟਰ ਰਾਮ ਮਨੋਹਰ ਲੋਹੀਆ, ਪੁਰਾਣੇ ਲਾਲ ਬਹਾਦੁਰ ਸ਼ਾਸਤਰੀ, ਜੋ ਇੱਦਾਂ ਦੇ ਸਾਡੇ ਪੁਰਾਣੇ ਲੀਡਰਸ ਰਹੇ ਨੇ ਜੋ ਹਮੇਸ਼ਾ ਲੋਕਾਂ ਪੱਖੀ ਔਰ ਦੇਸ਼ ਪੱਖੀ ਗੱਲ ਕਰਦੇ ਰਹੇ ਨੇ। ਉਹ ਹਮੇਸ਼ਾ ਇੱਦਾਂ ਦੀਆਂ ਪਾਲਿਸੀਆਂ ਕਦੇ ਵੀ ਨਹੀਂ ਚਾਹੁੰਦੇ ਸੀ। ਉਹ ਚਾਹੁੰਦੇ ਸੀਗੇ ਕਿ ਇੱਕ ਸਿੱਧੀ ਸਾਦੀ ਪਾਲਿਸੀ ਹੋਵੇ। ਹੈ ਕੀ ਹੈ? ਕੁਝ ਵੀ ਨਹੀਂ ਹੈ। ਮਤਲਬ ਕਿੰਨਾ ਕੁ ਔਖਾ ਹੁੰਦਾ ਪਾਲਿਸੀ ਬਣਾਉਣਾ। ਜ਼ਰੂਰੀ ਹੈ ਕਿ ਉਹਦੇ ਚਲਾਕੀਆਂ ਪਾਈਆਂ ਜਾਣ, ਕਿੱਧਰੋਂ ਪੈਸਾ ਕਮਾਉਣਾ, ਕਿੱਧਰੋਂ ਬੁੱਧੀ ਘੁਮਾਉਣੀ ਹੈ ਲੋਕਾਂ ਦੀ। ਨੋ, ਸਿੱਧੀ ਸਾਦੀ ਗੱਲ ਹੈ। ਜਿਨ੍ਹਾਂ ਨੂੰ ਰੋਟੀ ਚਾਹੀਦੀ ਹੈ ਰੋਟੀ ਦੇ ਦਿਓ। ਹੁਣ ਸ਼ਰਾਬਬੰਦੀ ਤੁਹਾਨੂੰ ਪਤਾ ਹੈ ਕਿਸੇ ਵਕਤ ਰੌਲਾ ਪੈਂਦਾ ਰਿਹਾ ਕਿ ਸ਼ਰਾਬਬੰਦੀ ਹੋਣੀ ਚਾਹੀਦੀ ਹੈ, ਘਰਾਂ ਦੇ ਘਰ ਬਰਬਾਦ ਹੋ ਗਏ। ਜਿਹੜੇ ਬੰਦੇ ਰੱਜ ਕੇ ਪੀਂਦੇ ਨੇ ਸ਼ਰਾਬਾਂ, ਉਹਨਾਂ ਦੇ ਘਰਾਂ ਦਾ ਹਾਲ ਦੇਖੋ, ਉਹਨਾਂ ਦੀ ਫੈਮਿਲੀ ਦਾ ਹਾਲ ਦੇਖੋ, ਉਹਨਾਂ ਦੀ ਵਾਈਫ ਦਾ ਹਾਲ ਦੇਖੋ ਕੀ ਕਰਦੇ ਨੇ ਉਹ ਜਾ ਕੇ। ਕਿਉਂਕਿ ਸ਼ਰਾਬ ਮਾੜੀ ਚੀਜ਼ ਹੈ, ਅਸੀਂ ਸਾਰੇ ਜਾਣਦੇ ਹਾਂ। ਮਾੜੀ ਚੀਜ਼ ਦਾ ਮਾੜਾ ਅਸਰ। ਹੁਣ ਤੁਸੀਂ ਖੁੱਲ੍ਹੇ ਗੱਫੇ ਲਾਓ ਜੀ, ਬੜੀ ਸਸਤੀ ਹੋ ਗਈ ਜੀ, ਠੀਕ ਹੈ ਜੀ, ਹੋਰ ਪੀਓ। ਪਤਾ ਨਹੀਂ ਕਿੰਨੇ ਕੁ ਜਾਣੇ ਪੀਣਗੇ। ਹੋਰ ਇੱਥੋਂ ਦੇਖੋ ਬਲਕਾਰ ਜੀ, ਅੱਜ ਉਹ ਸ਼ਰਾਬ ਦਾ ਨਸ਼ਾ ਕਰਨਗੇ, ਕੱਲ੍ਹ ਨੂੰ ਕਰਨਗੇ ਕੋਈ ਨਵਾਂ ਨਸ਼ਾ ਹੋਰ ਕਰਕੇ ਦੇਖਦੇ ਆ। ਉਹ ਫਿਰ ਉਹ ਡਰੱਗਸ ਵੱਲ ਵਧਣਾ ਸ਼ੁਰੂ ਹੋ ਗਏ। ਕਿਉਂਕਿ ਇਹ ਜਿਹੜਾ ਮਨ ਹੈ ਨਾ ਬੜਾ ਸ਼ੈਤਾਨ ਹੈ। ਇੱਕ ਨਸ਼ਾ ਕਰਦੇ ਜਾਓ ਫਿਰ ਸਰੀਰ ਹੋਰ ਜ਼ਿਆਦਾ ਮੰਗਦਾ, ਫਿਰ ਹੋਰ ਨਸ਼ਿਆਂ ਵੱਲ ਵੱਧਦੇ ਨੇ। ਮਤਲਬ ਇਹ ਕਹਾਣੀ ਕਿੱਧਰ ਨੂੰ ਤੁਰਦੀ ਪਈ ਹੈ? ਪੰਜਾਬ ਦੀ ਨੌਜਵਾਨੀ ਜਾਂ ਪੰਜਾਬ ਦੇ ਲੋਕਾਂ ਦੀ ਕਹਾਣੀ ਕਿੱਧਰ ਨੂੰ ਜਾ ਰਹੀ ਹੈ? ਇਹ ਦੇਖੋ ਜਿਹੜਾ ਫੈਸਲਾ ਲਿਆ ਹੁਣ ਇਹਨਾਂ ਨੇ ਵਿਧਾਨ ਸਭਾ ਦੀ ਜਦੋਂ ਹੁਣ ਬੈਠਕ ਹੋਈ ਉਹਦੇ ਵਿੱਚ ਇਹਨਾਂ ਨੇ ਫੈਸਲਾ ਲਿਆ, ਬੜੀ ਦੇਰ ਤੋਂ ਪਹਿਲਾਂ ਚੱਲ ਰਿਹਾ ਸੀਗਾ
ਤੇ ਇਹਨੂੰ ਹੁਣ ਫਾਈਨਲ ਇਹਨਾਂ ਨੇ ਕੀਤਾ, ਜਿਹਦੇ 'ਚ ਵਿਧਾਇਕ ਦੀ ਪੈਨਸ਼ਨ ਤੇ ਇੱਕ ਪੈਨਸ਼ਨ ਤੇ ਇਹਨਾਂ ਨੇ ਲਿਆਇਆ, ਜਦੋਂ ਕਿ ਗਵਰਨਰ ਸਾਹਿਬ ਨੇ ਮੋੜ ਦਿੱਤਾ ਸੀ, ਉਹ ਸਾਈਨ ਨਹੀਂ ਸੀ ਕੀਤੇ। ਇਹ ਵੀ ਹੁਣ ਦੂਜਾ ਫੈਸਲਾ ਨਾਲ ਹੋਇਆ, ਜਿਹਦੇ ਵਿੱਚ MSP ਦਾ ਵੀ ਹੈਗਾ ਸੀਗਾ ਕੇਂਦਰ ਨਾਲ, ਜਦੋਂ ਅਮਿਤ ਸ਼ਾਹ ਨੂੰ ਭਗਵੰਤ ਮਾਨ ਜੀ ਮਿਲ ਕੇ ਆਏ ਆ। ਔਰ ਇਹ ਮਸਲਿਆਂ ਨੂੰ ਥੋੜ੍ਹਾ ਜਿਹਾ ਗੁੰਝਲਦਾਰ ਇਸ ਤਰ੍ਹਾਂ ਬਣ ਜਾਂਦਾ, ਕਿਉਂਕਿ ਪੈਸੇ ਤਾਂ ਪਹਿਲੀ ਸਰਕਾਰਾਂ ਨੇ ਵੀ ਇੱਥੇ ਹੀ ਰੱਖਿਆ, ਪਰਨਾਲਾ ਉੱਦਾਂ ਦਾ ਰਿਹਾ। ਔਰ ਜੇ ਅਸੀਂ ਸ਼ਰਾਬ ਤੇ ਆਬਕਾਰੀ ਦੀ ਗੱਲ ਕਰਦੇ ਹਾਂ, ਇਹਦੇ 'ਚ ਇਹਨਾਂ ਨੇ ਇੱਕ ਫੋਰਸ ਵੀ ਬਣਾਤੀ ਜਿਹੜੀ ਬਾਹਰਲੇ ਸੂਬਿਆਂ ਤੋਂ ਵੀ ਆਉਂਦਾ ਸੀ। ਇਹ ਨਹੀਂ ਹੈਗਾ ਕਿ ਇੱਥੋਂ ਹੀ ਵਰਤਦੇ ਰਹੇ ਆ, ਡਿਸਟਿਲਰੀਆਂ ਇੱਥੋਂ ਹੀ ਪੈਦਾ ਨਹੀਂ ਕਰਦੀਆਂ, ਬਾਹਰਲੇ ਸੂਬਿਆਂ 'ਚ ਹੋਰ ਸਸਤੀ ਹੈ। ਚੰਡੀਗੜ੍ਹ ਤੋਂ ਜੇ ਦਾਰੂ ਆਊਗੀ ਤਾਂ ਹੋਰ ਪੰਜਾਬ ਨਾਲ ਵੀ ਸਸਤੀ ਆ। ਔਰ ਇਹਦੇ 'ਚ ਪਹਿਲੋਂ ਪਤਾ ਕੀ ਸੀਗਾ, ਪਹਿਲੋਂ ਜਿਹੜੇ ਠੇਕੇਦਾਰ ਆ, ਜਿਹੜੇ ਕੰਟਰੈਕਟ ਲੈਂਦੇ ਸੀ, ਉਹ ਰੱਜਦੇ ਰਹੇ ਆ। ਇੱਕ ਠੇਕੇਦਾਰ ਕੋਈ ਹੁੰਦਾ ਸੀਗਾ, ਸਾਰਾ ਹੀ ਉਹਦੇ ਕੋਲ ਠੇਕਾ, ਉਹ ਜ਼ਿਆਦਾ ਜਿੰਨਾ ਆਉਂਦਾ ਸੀ ਮਾਲ, ਜੋ ਸਪਲਾਈ ਹੁੰਦਾ ਸੀ ਉਹਦੇ ਕੋਲ ਸੀ, ਉਹ ਮਨਮਰਜ਼ੀ ਨਾਲ ਆਪਣਾ ਰੇਟ ਲਾਉਂਦਾ ਸੀਗਾ। ਔਰ ਉਦੋਂ ਚੱਲਦਾ ਰਿਹਾ, ਰੇਟ ਲਾਉਂਦਾ ਰਿਹਾ, ਤੇ ਲੋਕ ਲੈਂਦੇ ਰਹੇ, ਜਿਨ੍ਹਾਂ ਨੂੰ ਜ਼ਰੂਰਤ ਆ ਲੈਂਦੇ ਰਹੇ। ਔਰ ਉਹ ਹੁਣ ਠੇਕਾ ਜਿਹੜਾ ਹੈਗਾ, ਉਹ ਬੋਲੀ ਇਹਨਾਂ ਨੇ ਬੰਦ ਕਰ ਦਿੱਤੀ। ਹੁਣ ਟੈਂਡਰ ਨਾਲ ਪੈਸਾ ਫਿਰ ਇਹ ਜਿਹੜਾ ਹੈਗਾ ਉਹ ਸਰਕਾਰ ਦੇ ਖਾਤੇ 'ਚ ਜਾਊਗਾ, ਕਿ ਬੋਲੀ ਵਾਲਾ ਪੈਸਾ ਇੱਧਰ ਉੱਧਰ ਵੀ ਹੋ ਜਾਂਦਾ ਸੀਗਾ। ਹੁਣ ਇਹਨਾਂ ਨੇ ਕਿਹਾ ਕਿ ਜਿਹੜੀ ਡਿਸਟਿਲਰੀ ਹੈ ਉਹਨਾਂ 'ਚ ਵੀ ਕੁਆਲਿਟੀ ਦਿੱਤੀ ਜਾਊਗੀ, ਤੇ ਬਾਕੀ ਜਿਹੜੇ ਕੰਜ਼ੰਪਸ਼ਨ ਆ ਉਹ ਉਨੀ ਰਹਿਣੀ, ਉਹ ਤਾਂ ਨਹੀਂ ਘਟਾ ਸਕਦੀ ਸਰਕਾਰ, ਹੈ ਨਾ। ਜੇ ਆਪਾਂ ਡੈਮੋਕ੍ਰੇਸੀ ਦੀ ਗੱਲ ਕਰੀਏ, ਉਹ ਤਾਂ ਨਿੱਜੀ ਮਾਮਲਾ ਲੋਕਾਂ ਦਾ, ਸਰਕਾਰ ਦਾ ਤਾਂ ਹੈਗਾ ਕਿ ਠੇਕੇ ਤਾਂ ਇਹਨਾਂ ਨੇ ਬਣਾਏ ਆ, ਜੇ ਨਹੀਂ ਬਣਾਉਣਗੇ ਤੇ ਲੋਕ ਘਰਾਂ 'ਚ ਕੱਢ ਰਹੇ ਆ। ਮੰਡ ਦੇ ਏਰੀਏ 'ਚ ਦਰਿਆਵਾਂ 'ਚ ਦੇਖੋ ਕੀ ਹੋ ਰਿਹਾ, ਉੱਥੇ ਵੀ ਤਾਂ ਪੁਲਿਸ ਹੈਗੀ, ਕੰਟਰੋਲ ਕਰਦੀ ਨਹੀਂ ਕਰਦੀ। ਜਿੱਥੇ ਬਰੇਤਾ ਹੁੰਦਾ, ਆ ਬਿਆਸ ਦਰਿਆ ਵਾ, ਸਤਲੁਜ ਦਰਿਆ, ਤੁਸੀਂ ਜਾ ਕੇ ਵੇਖੋ, ਉੱਥੇ ਵੀ ਲੋਕਾਂ ਨੇ ਡਿਸਟਿਲਰੀਆਂ ਬਣਾਈਆਂ, ਉੱਥੇ ਬਣ ਕੇ ਸ਼ਰਾਬ ਆਉਂਦੀ ਹੈ ਦੇਸੀ। ਔਰ ਉੱਥੇ ਘੋੜੀਆਂ 'ਚ ਪਹਿਲਾਂ ਵਿਕਦੀ ਸੀ, ਘੋੜੀਆਂ ਦੇ ਉੱਤੇ ਟਿਊਬਾਂ ਰੱਖੀਆਂ ਤੇ ਉਹ ਜਾ ਕੇ ਵੇਚਦੇ। ਐਕਚੁਅਲੀ ਪੰਜਾਬੀ ਪਹਿਲੋਂ ਪੀਣ ਦੇ ਸ਼ੌਕੀਨ ਆ, ਮੰਨ ਲਈ ਗੱਲ। ਆਪਾਂ ਪਟਿਆਲੇ ਦੀ ਵੀ ਗੱਲ ਕੀਤੀ, ਪਟਿਆਲੇ ਪੈਗ ਦੀ ਵੀ। ਦੂਜੀ ਗੱਲ ਰਹੀ ਜਿਹੜੇ ਜਿਸ ਪਾਸੇ ਦੂਜੇ ਪਾਸੇ ਗਲਤਾਨ ਨਸ਼ੇ 'ਚ ਹੋ ਗਿਆ, ਜਿਹਦੇ ਚਿੱਟਾ ਆ ਗਿਆ, ਜਿਹਦੇ 'ਚ ਸਮੈਕ ਆ ਗਈ ਆ, ਜਿਹਦੇ 'ਚ ਹੋਰ ਕੈਮੀਕਲ ਨਸ਼ੇ ਆ ਗਏ ਆ, ਉਹ ਹੀਰੋਇਨ ਆ ਗਈ ਆ, ਉਹ ਲੋਕਾਂ ਨੂੰ ਬਰਬਾਦ ਕਰ ਰਹੀ ਆ, ਉਹਦੇ ਨਾਲ ਬਰਬਾਦ ਹੋ ਗਿਆ। ਜੇ ਸ਼ਰਾਬ ਦੀ ਗੱਲ ਕੀਤੀ ਜਾਵੇ ਤਾਂ ਇੰਗਲੈਂਡ ਤਾਂ ਸਾਰਾ ਹੀ ਪੀਂਦਾ, ਇੰਗਲੈਂਡ 'ਚ ਦਿਨੇ ਵੀ ਪੀ ਰਹੇ ਆ ਲੋਕ, ਆਏਗਾ ਆਰਮੀ ਸਪਲਾਈ ਹੁੰਦੀ ਆ, ਪਰ ਲੋਕ ਜੇ ਲਿਮਿਟ 'ਚ ਰਹਿਣ, ਇਹ ਗੱਲ ਸਿੱਧੀ ਹੈ ਦਰਸ਼ਕਾਂ ਨਾਲ। ਜੇ ਲੋਕ ਲਿਮਿਟ 'ਚ ਰਹਿ ਕੇ ਰਹਿਣ ਜਾਂ ਕੁਆਲਿਟੀ ਵਾਲੀ ਹੋਵੇ ਤਾਂ ਕੋਈ ਨਹੀਂ, ਕਿਉਂਕਿ ਲੋਕ ਥੱਕੇ ਮਾਂਦੇ ਪੀ ਜਾਂਦੇ ਆ। ਜੇ ਅਸੀਂ ਮੀਡੀਆ 'ਤੇ ਨਹੀਂ ਬੋਲਾਂਗੇ ਤਾਂ ਲੋਕਾਂ ਕਹਿਣਾ ਕਿ ਇਸ ਗੱਲ ਤੋਂ ਹੈਜੀਟੇਟ ਕਰਦੇ ਆ। ਹਰ ਬੰਦਾ ਪੀ ਰਿਹਾ, ਕੋਈ ਇੱਦਾਂ ਦੀ ਗੱਲ ਨਹੀਂ। ਮੀਟ ਵੀ ਖਾ ਰਹੇ ਲੋਕ, ਪੰਜਾਬ 'ਚ ਸਭ ਤੋਂ ਜ਼ਿਆਦਾ ਵੱਧ ਮੀਟ ਖਾਧਾ ਜਾਂਦਾ। ਇਸ ਕਰਕੇ ਜਿਹੜਾ ਹੈਗਾ, ਹੁਣ ਜੇ ਸਰਕਾਰ ਨਹੀਂ ਪੈਸਾ ਕਮਾਊਗੀ ਤਾਂ ਫਿਰ ਨਿੱਜੀ ਡਰਮ ਲੱਗਣਗੇ, ਨਿੱਜੀ ਡਰਮ ਲੱਗਣਗੇ। ਅੱਗੇ ਕੈਮੀਕਲ ਆ, ਚਿੱਟਾ ਇੱਦਾਂ ਹੀ ਬਣੀ ਜਾ ਰਿਹਾ, ਉਹ ਸਰਕਾਰ ਤਾਂ ਸਪਲਾਈ ਨਹੀਂ ਕਰਦੀ, ਉਹ 'ਚ ਤਸਕਰ ਆ ਜਿਹੜੇ ਸਪਲਾਈ ਕਰ ਰਹੇ ਆ। ਉਹਨਾਂ ਦਾ ਇੱਕ ਤਾਣਾ ਬਣਿਆ, ਉਹਨਾਂ ਦਾ ਇੱਕ ਪੂਰੀ ਗਰਾਊਂਡ ਬਣੀ ਹੈ, ਉਹਦੇ ਵਿੱਚ ਉਹਦੇ ਰਾਹੀਂ ਜਾਂਦਾ। ਤੁਸੀਂ ਕਈ ਵਾਰੀ ਦੇਖੋ ਪਿੰਡਾਂ 'ਚ, ਮਾਲਵੇ ਦੇ ਕੁਝ ਪਿੰਡਾਂ ਜਨਾਨੀਆਂ ਰੋਂਦੀਆਂ, ਉਹਨੇ ਅਸੀਂ ਪੁਲਿਸ ਨੂੰ ਦੱਸਿਆ ਸਭ ਕੁਛ ਆ, ਚਿੱਟਾ ਸਾਡੇ ਪਿੰਡੋਂ ਜਨਾਨੀਆਂ ਵੇਚ ਰਹੀਆਂ। ਆ ਗੰਨਾ ਪਿੰਡ ਆ, ਉੱਥੇ ਕੁਛ ਹੋ ਰਿਹਾ। ਅਸੀਂ ਇੱਕ ਦਾਰੂ ਦੀ ਗੱਲ ਕਰ ਰਹੇ ਹਾਂ, ਵਿਸਕੀ ਦੀ ਗੱਲ ਕਰ ਰਹੇ ਹਾਂ, ਚਿੱਟਾ ਵੀ ਤਾਂ ਲੋਕਾਂ ਦੇ ਘਰੋਂ ਘਰ ਵੇਖ ਰਿਹਾ, ਉਹ ਵੀ ਲੋਕ ਖਾ ਰਹੇ ਆ। ਹੁਣ ਉਹ ਖਾ ਕੇ ਜਵਾਨੀਆਂ ਗਰਕ, ਸਾਰੀ ਦਲਦਲ ਦੇ ਵਿੱਚ ਫਸ ਗਏ ਲੋਕ, ਪੂਰਾ ਪੰਜਾਬ ਬਰਬਾਦ ਹੋ ਗਿਆ ਇਹਨਾਂ ਨਸ਼ਿਆਂ ਨਾਲ। ਹੁਣ ਜੇ ਸਰਕਾਰ ਦਾ ਮਤਲਬ ਤਾਂ ਇਹ ਹੈਗਾ, ਸਰਕਾਰ ਨੂੰ ਪੈਸਾ ਵੀ ਚਾਹੀਦਾ, ਉਹਨਾਂ ਨੂੰ ਪਤਾ ਕਿ ਇਹ ਵਿਕਣੀ ਆ ਰਹੀ ਹੈ, ਡਿਸਟਿਲਰੀਆਂ ਬਣਾ ਰਹੀਆਂ, ਜਿਹੜੀ ਕੰਟਰੋਲ 'ਚ। ਜਿਹੜੀ ਇਲੀਗਲ ਚੀਜ਼ ਹੈ ਉਹਨੂੰ ਲੀਗਲ ਕਰ ਦਿਓ। ਹਾਂ, ਕਿ ਪ੍ਰਾਈਵੇਟ ਕਿਉਂ ਵੇਚਣ, ਅਸੀਂ ਆਪ ਹੀ ਵੇਚ ਲੈਂਦੇ ਆ। ਨਹੀਂ, ਇਹ ਲੀਗਲ ਤਾਂ ਨਹੀਂ ਹੈਗੀ, ਠੇਕੇ ਤਾਂ ਉਹਦੇ ਨਹੀਂ, ਠੇਕੇ ਇਲੀਗਲ ਨਹੀਂ ਮੈਂ ਕਹਿ ਰਿਹਾ, ਜਿਹੜੇ ਘਰੋਂ ਕੱਢਦੇ ਨੇ, ਜਿਹੜੀਆਂ ਪੱਠੀਆਂ ਬਣਾਈਆਂ ਹੋਈਆਂ, ਉਹ ਇਲੀਗਲ ਹੈ। ਪਰ ਹੁਣ ਦੇਖੋ ਰਾਜਸਥਾਨ 'ਚ ਸਾਰੀ ਫੀਮ ਆ ਰਹੀ ਹੈ, ਫੀਮ ਤਾਂ ਬੀਜ ਤੇ ਖੇਤੀ ਹੈ, ਤੁਹਾਨੂੰ ਬਿਹਾਰ 'ਚ ਚਲ ਜਾਓ ਹੈਗੀ ਆ, ਪੰਜਾਬ 'ਚ ਨਹੀਂ ਹੈਗੀ ਤਾਂ ਪੰਜਾਬ ਚੋਰੀ ਖਾਈ ਜਾਂਦੇ। ਜਿਹੜੀ ਚੀਜ਼ ਤੁਸੀਂ ਸ਼ਰੇਆਮ ਨਹੀਂ ਕਰੋਗੇ, ਉਹ ਇੱਦਾਂ ਹੀ ਆ, ਉਹ ਚੋਰੀ ਆ ਰਹੀ ਹੈ। ਹੁਣ ਬੀਕਾਨੇਰ ਤੋਂ ਫੀਮ ਪਿੰਡਾਂ ਇੱਧਰ ਆ ਰਹੀ ਹੈ, ਲੋਕ ਖਾ ਰਹੇ ਆ, ਔਰ ਸਾਰਾ ਕੁਛ ਹੈਗਾ। ਫਿਲਹਾਲ ਵੈਸੇ ਡਾਕਟਰ ਤਾਂ ਫੀਮ ਕਈ ਵਾਰੀ ਕਹਿੰਦੇ ਆ, ਫੀਮ ਦੇ ਨਾਲ ਸਰ ਉਹ ਮੈਡੀਸਨ ਹੈ, ਮੈਡੀਸਨ ਉਹ ਕਿਸੇ ਦਵਾਈ 'ਚ ਯੂਜ਼ ਹੋਵੇ ਤਾਂ ਵੱਖਰੀ ਚੀਜ਼ ਹੈ। ਹਰ ਜਿਹੜੀ ਦਵਾਈ, ਗੱਲ ਇਹ ਹੈ ਕਿ ਜਿਹੜੀ ਇਹ ਪੱਠੀਆਂ ਲੱਗੀਆਂ ਨੇ, ਇਲੀਗਲ ਸ਼ਰਾਬ ਕੱਢਦੇ ਨੇ, ਵੇਚਦੇ ਨੇ, ਉਹਨੂੰ ਪਾਲਿਸੀ ਬਣਾ ਕੇ ਲੀਗਲ ਕਰ ਦਿਓ ਕਿ ਤੁਹਾਨੂੰ ਬਣਾਉਣ ਦੀ ਲੋੜ ਨਹੀਂ, ਅਸੀਂ ਆਪ ਹੀ ਬਣਾ ਕੇ ਤੁਹਾਨੂੰ ਸਸਤੀ ਵੇਚ ਦਿੰਦੇ ਆ, ਅਸੀਂ ਆਪ ਹੀ ਦੇ ਦਿੰਦੇ ਹਾਂ। ਤੁਹਾਨੂੰ ਪਤਾ ਹੈ ਕਿ ਜਦੋਂ ਅਰਈਏ ਦੇ ਨੇੜੇ ਪਿੰਡ ਮੁੱਛਲਾਂ ਤੇ ਜੰਡਿਆਲਾ ਗੁਰੂ ਤੋਂ ਕਿੰਨੇ ਲੋਕ ਮਰੇ ਵਿਚਾਰੇ। ਸਰ ਉਹ ਪੰਜਾਬੀ ਦੀ ਕਹਾਵਤ ਹੈ ਨਾ, ਇੱਕ ਨੂੰ ਕੀ ਰੋਣੀ ਹੈ ਇੱਥੇ ਤੇ ਆਵਾਜ਼ ਉੱਤੇ ਪਿਆ, ਬਸ ਉਹ ਆਵਾਜ਼ ਉੱਤੇ ਪਿਆ। ਹੁਣ ਕੀ ਕੁਝ ਡਿਸਕਸ ਕਰਾਂਗੇ ਇਹਦੇ ਵਿੱਚ। ਸਰਕਾਰ ਕਰਦੀ ਹੈ ਠੀਕ ਹੈ, ਜੋ ਕਰਦੀ ਲੋਕਾਂ ਦਾ, ਤੇ ਲੋਕਾਂ ਨੂੰ ਤਾਂ ਮੰਨਣਾ ਪੈਣਾ। ਬਿਲਕੁਲ ਇਹ ਹੈ ਕਿ ਲੋਕਾਂ ਦੇ ਉੱਤੇ ਹੀ ਹੈ ਕਿ ਆਪ ਹੀ ਬਾਈ ਤੁਸੀਂ ਨਾ ਪੀਓ, ਮਾੜੀ ਚੀਜ਼ ਹੈ, ਆਪ ਹੀ ਘਟਾ ਦਿਓ। ਭਲੇ ਤੇ ਜੱਗ ਭਲਾ, ਆਪ ਬਚਾਓ ਆਪਣੇ ਆਪ ਨੂੰ ਤੇ ਬਚ ਜਾਓਗੇ। ਬਿਲਕੁਲ, ਆਪ ਆਪਣੇ ਆਪ ਨੂੰ ਬਚਾਓ। ਪਾਲਿਸੀਆਂ ਤਾਂ ਨਵੀਆਂ ਤੋਂ ਨਵੀਆਂ ਬਣਦੀਆਂ ਰਹਿੰਦੀਆਂ ਨੇ। ਤੁਸੀਂ ਆਪਣੇ ਜੀਵਨ ਨੂੰ ਕਿੰਨਾ ਸੁਚਾਰੂ ਢੰਗ ਨਾਲ ਚਲਾਉਣਾ ਹੈ, ਕਿਵੇਂ ਆਪਣੇ ਜੀਵਨ ਨੂੰ ਸਹੀ ਬਣਾਉਣਾ ਹੈ। ਜਿੱਦਾਂ ਅਸੀਂ ਕਹਿੰਦੇ ਹਾਂ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਕਿੱਦਾਂ ਗੁਰੂ ਸਾਹਿਬ ਦੀ ਬਾਣੀ ਨਾਲ ਆਪਣੇ ਆਪ ਨੂੰ ਜੋੜਨਾ ਹੈ, ਆਪਣੇ ਜੀਵਨ ਨੂੰ ਸਹੀ ਬਣਾਉਣਾ ਹੈ, ਬਾਣੀ ਦੇ ਮੁਤਾਬਿਕ ਜਿਉਣਾ ਹੈ, ਇਹ ਹੁਣ ਤੁਹਾਡੇ ਉੱਤੇ ਡਿਪੈਂਡ ਕਰਦਾ ਹੈ। ਬਾਕੀ ਪਾਲਿਸੀਆਂ ਤੇ ਬਣਦੀਆਂ ਹੀ ਰਹਿੰਦੀਆਂ ਨੇ। ਆਪਾਂ ਅੱਗੇ ਚੱਲੀਏ ਹੁਣ। ਜ਼ਰੂਰ, ਬਿਲਕੁਲ ਜੀ। ਹੁਣ ਇਹ ਜਿਹੜੀ ਕਾਂਗਰਸ ਦੇ ਵਿੱਚ
ਕਾਂਗਰਸ ਦੇ ਵਿੱਚ ਨਹੀਂ, ਕਾਂਗਰਸ ਦੇ ਵਿੱਚ ਨਹੀਂ, ਬੀਜੇਪੀ ਦੇ ਵਿੱਚ ਜਿਹੜੀ ਇਹ ਖਲਬਲੀ ਮੱਚੀ, ਜਿਹੜੀ ਮੁਹੰਮਦ ਸਾਹਿਬ ਦੇ ਖਿਲਾਫ ਉਹਨਾਂ ਨੇ ਟਿੱਪਣੀ ਕੀਤੀ, ਨੂਪੁਰ ਜੀ ਨੇ, ਉਹਨਾਂ ਦੇ ਇੱਕ ਹੋਰ ਜਿਹੜੇ ਕੁਲੀਗ ਨੇ ਉਹਨਾਂ ਨੇ, ਤੇ ਹੁਣ FIR ਹੋ ਗਈ, ਹੁਣ ਕਾਨੂੰਨੀ ਕਾਰਵਾਈ ਹੋਣ ਜਾ ਰਹੀ ਹੈ, ਧਾਰਾਵਾਂ ਲੱਗ ਚੁੱਕੀਆਂ ਨੇ, ਔਰ ਦੁਨੀਆ ਦੇ ਵਿੱਚ ਫਜ਼ੀਹਤ ਤਾਂ ਇੰਡੀਆ ਦੀ ਹੋ ਹੀ ਚੁੱਕੀ ਹੈ, ਔਰ ਵੱਖ-ਵੱਖ ਜਿਹੜੀਆਂ ਇਸਲਾਮਿਕ ਕੰਟਰੀਜ਼ ਦੇ ਵਿੱਚ ਸਾਡੇ ਰਾਜਦੂਤ ਬੈਠੇ ਹੋਏ ਨੇ, ਉਹਨਾਂ ਦੀ ਪੇਸ਼ੀ ਵੀ ਹੋਈ, ਉਹਨਾਂ ਦੀ ਮਿਨਿਸਟਰੀਜ਼ ਦੇ ਅੱਗੇ, ਉਹਨਾਂ ਦੀ ਅਥਾਰਟੀਜ਼ ਦੇ ਅੱਗੇ। ਹੁਣ ਉਹ ਅੱਗੋਂ ਜਵਾਬ ਕੀ ਦੇਣ? ਇਸ ਗੱਲ ਦਾ ਕੀ ਜਵਾਬ ਬਣਦਾ ਕਿ ਕਿਸੇ ਬੰਦੇ ਨੇ ਇੰਡੀਆ ਵਿੱਚ ਬਹਿ ਕੇ ਕੀ ਕਹਿ ਦਿੱਤਾ, ਹੁਣ ਉਹ ਅੱਗੋਂ ਕੀ ਕਹਿਣ? ਔਰ ਇੰਟਰਨੈਸ਼ਨਲ ਲੈਵਲ 'ਤੇ ਗੱਲ ਕੀਤੀ ਜਾ ਰਹੀ ਹੈ ਕਿ ਮਾਫੀਨਾਮਾ ਹੋਣਾ ਚਾਹੀਦਾ ਹੈ ਭਾਰਤ ਵੱਲੋਂ ਇੰਟਰਨੈਸ਼ਨਲ ਸਟੇਜ ਦੇ ਉੱਤੇ, ਕਿ ਇਟਸ ਰੋਂਗ, ਔਰ ਵਾਕਈ ਜੋ ਗੱਲ ਗਲਤ ਹੈ ਉਹ ਗਲਤ ਹੈ। ਹਾਂ, ਇਹ ਹੁਣ ਬੜਾ ਭਖਦਾ ਮਸਲਾ ਹੈਗਾ ਪੂਰਾ ਅੰਤਰਰਾਸ਼ਟਰੀ ਤੌਰ 'ਤੇ। ਉਹਦੇ ਵਿੱਚ ਨੂਪੁਰ ਸ਼ਰਮਾ ਤੇ ਨਵੀਨ ਜਿੰਦਲ, ਉਹਨਾਂ ਦਾ ਨਾਂ ਪ੍ਰਮੁੱਖ ਨਾਂ ਹੈਗਾ, ਔਰ ਉਹਦੇ ਨਾਲ 31 ਹੋਰ ਵੀ ਲੋਕ ਨੇ। ਇਹ ਸਾਰੇ ਲੋਕਾਂ ਨੇ ਜਿਹੜਾ ਮਿਲ ਕੇ ਬੜੀਆਂ ਗਲਤ ਟਿੱਪਣੀਆਂ ਕੀਤੀਆਂ ਪੈਗੰਬਰ ਮੁਹੰਮਦ ਸਾਹਿਬ 'ਤੇ, ਕੁਰਾਨ 'ਤੇ, ਆਇਤਾਂ 'ਤੇ, ਔਰ ਉਹਨਾਂ ਦੇ ਧਰਮ 'ਤੇ, ਔਰ ਉਹਨਾਂ ਨੂੰ ਬੁਰਾ ਲੱਗਾ ਹੈ। ਔਰ ਜਿੱਥੇ ਵੀ ਇਸਲਾਮਿਕ ਦੇਸ਼ ਨੇ, ਜਿੱਥੇ ਵੀ ਇਹਨਾਂ ਦੀ ਆਬਾਦੀ ਹੈ, ਉਹਨਾਂ ਨੇ ਭਾਰਤ ਸਰਕਾਰ ਕੋਲੋਂ ਜਵਾਬ ਮੰਗਿਆ, ਜਿਹਦੇ ਵਿੱਚ ਇਹਨਾਂ ਦੇ ਪ੍ਰਮੁੱਖ ਨੇਤਾ ਤਾਂ ਅਜੇ ਤੱਕ ਚੁੱਪ ਨੇ, ਜਿਹਦੇ 'ਚ ਇਹਨਾਂ ਨੇ ਇਹ ਕਿਹਾ ਕਿ ਟਿੱਪਣੀਆਂ ਜਦੋਂ ਕੀਤੀਆਂ ਗਈਆਂ ਇਹ ਕਿਹਨੂੰ ਪੁੱਛ ਕੇ ਕੀਤੀਆਂ, ਔਰ ਕਿਸ ਤਰ੍ਹਾਂ ਇਹ ਸਾਡੇ 'ਤੇ ਇਹ ਗੱਲਾਂ ਕੀਤੀਆਂ ਸਾਡੇ ਧਰਮ ਦੇ ਪ੍ਰਤੀ। ਔਰ ਇਹਦੇ ਵਿੱਚ ਇਹ ਸਰਕਾਰ ਦੇ ਕੁਝ ਨੁਮਾਇੰਦਿਆਂ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ, ਔਰ ਉਹਨਾਂ 'ਤੇ ਅਸੀਂ FIR ਲੌਂਚ ਕਰ ਦਿੱਤੀ ਆ, ਉਹਨਾਂ ਨੂੰ 'ਤੇ ਕੇਸ ਚੱਲੂਗਾ, ਜੋ ਵੀ ਕੇਸ ਚੱਲਿਆ ਅਸੀਂ ਉਹਦਾ ਜਵਾਬ ਦੇਵਾਂਗੇ ਤੁਹਾਨੂੰ। ਉਹਨਾਂ ਦੇ ਜਿਹੜੇ ਵਿਦੇਸ਼ ਮੰਤਰੀ, ਉਹਨਾਂ ਨੇ ਸਰਕਾਰ ਕੋਲੋਂ ਜਵਾਬ ਮੰਗਿਆ, ਜਿਹਦੇ ਵਿੱਚ 57 ਦੇਸ਼ਾਂ ਦਾ ਇੱਕ ਆਰਗੇਨਾਈਜੇਸ਼ਨ, ਜਿਹਦੇ ਵਿੱਚ 2 ਦੇਸ਼ ਵਿੱਚ ਹੋਰ ਵੀ ਇਕੱਠੇ ਹੋ ਗਏ ਆ, ਇਰਾਕ ਤੇ ਈਰਾਨ ਨੇ ਵੀ ਜਵਾਬ ਮੰਗਿਆ ਇਹਨਾਂ ਕੋਲੋਂ, ਹਿੰਦੁਸਤਾਨ ਗੌਰਮੈਂਟ ਕੋਲੋਂ। ਉੱਥੋਂ ਦੇ ਆਪਣੇ ਪ੍ਰਧਾਨ ਮੰਤਰੀ ਸਾਹਿਬ ਨੇ ਅਜੇ ਤਾਂ ਕੋਈ ਗੱਲ ਨਹੀਂ ਕੀਤੀ, ਵਿਦੇਸ਼ ਮੰਤਰੀ ਵੀ ਅਜੇ ਚੁੱਪ ਨੇ, ਔਰ ਸਾਰਿਆਂ ਨੇ ਅਜੇ ਇਸ ਕਰਕੇ ਉਹਨਾਂ ਨੂੰ ਚੁੱਪ ਕਰਾਇਆ, ਟਵੀਟਸ ਕੀਤੀ ਆ ਕਿ ਆਹ ਦੇਖੋ ਅਸੀਂ ਹੁਣ ਧਾਰਾ 153 ਜਿਹੜੇ ਇੰਡੀਅਨ ਪੀਨਲ ਕੋਡ ਦੇ ਅਕੋਰਡਿੰਗ, ਔਰ 505 ਧਾਰਾ ਜਿਹਦੇ 'ਚ ਧਰਮ ਦੇ ਵਿਰੁੱਧ ਬੋਲਣ ਦਾ ਕਿਸੇ ਨੂੰ ਅਖਤਿਆਰ ਨਹੀਂ, ਕੋਈ ਉਹਦਾ ਫਿਰ ਆਪਣਾ ਜੁਮਾ, ਫਿਰ ਜੁਡੀਸ਼ਰੀ ਵੇਖੂ, ਜੁਡੀਸ਼ਰੀ ਨੇ ਜੋ ਸਜ਼ਾ ਤੈਅ ਕਰਨੀ ਹੈ ਉਹ ਉਹਨਾਂ ਦੇ ਆਧਾਰ 'ਤੇ ਹੋਊਗੀ। ਇਹ ਇਸ ਵੇਲੇ ਇੱਕ ਪ੍ਰੋਸੈਸ ਸ਼ੁਰੂ ਕਰ ਦਿੱਤਾ। ਗੱਲ ਠੀਕ ਹੈ, ਹੋਰ ਲੋਕਤੰਤਰ 'ਚ ਵਾਧੂ ਕੁਝ ਕੀਤਾ ਨਹੀਂ ਜਾ ਸਕਦਾ। ਜੇ ਕੋਈ ਗਲਤ ਬੋਲਦਾ ਜਾਂ ਕੋਈ ਕਿਸੇ ਧਰਮ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਕਰਦਾ ਤੇ ਉਹਦੇ 'ਤੇ ਇਹੋ ਹੀ ਗੱਲ ਕੀਤੀ ਜਾ ਸਕਦੀ ਕਿ ਕੇਸ ਦਰਜ ਹੋਊਗਾ। ਇਸ ਵੇਲੇ FIR ਲੌਂਚ ਹੋ ਗਈ ਆ। ਤੇ ਦੂਜੀ ਗੱਲ ਉਹਨਾਂ ਕਰੀ ਵੀ ਪਾਰਟੀ 'ਚੋਂ ਕੱਢ ਦਿੱਤਾ। ਹੁਣ ਇਹਨਾਂ ਦੇ ਇਹ ਤਾਂ ਨਹੀਂ ਕਿ ਉਹਨਾਂ ਦੇ ਡੰਡਾ ਮਾਰਨਗੇ ਸਿਰ 'ਚ, ਪੰਜਾਬੀ ਕੰਮ ਤਾਂ ਇਹ ਪੰਜਾਬੀ ਕਰਦੇ ਲੜਾਈ ਝਗੜੇ ਦਾ, ਇਹ ਤਾਂ ਸੈਂਟਰ 'ਚ ਹੈਗੇ ਆ। ਫਿਰ ਇੱਕ ਵਿੱਚ ਬੀਬੀ ਜੀ ਆ ਜਿਨ੍ਹਾਂ ਨੇ ਨੂਪੁਰ ਜੀ ਸ਼ਰਮਾ ਜੀ, ਹੁਣ ਹੈ ਤਾਂ ਸਿਆਣੇ ਆ, ਪ੍ਰਵਕਤਾ ਵਾ ਔਰ ਪੜ੍ਹੇ ਲਿਖੇ ਲੋਕ ਹੈ, ਪਰ ਕਿਸੇ ਵੇਲੇ ਬੁੱਧੀ ਭ੍ਰਿਸ਼ਟ ਹੋ ਜਾਏ, ਬੁੱਧੀ ਦੇ ਵਿੱਚ ਕੋਈ ਗਲਤ ਗੱਲ ਆ ਜਾਏ, ਔਰ ਲਾਈਵ ਬੋਲ ਰਹੇ ਆ ਜਿਹਦੇ 'ਚ TV ਪੈਨਲ ਆ, ਜਿਹਦੇ 'ਚ ਡਿਸਕਸ਼ਨ ਆ, ਜਿਹਦੇ 'ਚ ਧਰਮ ਦਾ ਮਤਲਬ ਕੋਈ ਨਹੀਂ ਹੁੰਦਾ। ਪੋਲੀਟਿਕਸ 'ਚ ਧਰਮ ਦਾ ਕਿਉਂ ਮਤਲਬ ਹੈਗਾ, ਕਿਉਂ ਇਹ ਇਸ਼ੂ ਕਿੱਦਾਂ ਆ ਗਿਆ? ਤੁਸੀਂ ਇਹ ਵੀ ਦੇਖੋ ਕੌਨਸ਼ੀਅਸਲੀ ਕਿਹਾ ਹੈ, ਅਨਕੌਨਸ਼ੀਅਸਲੀ ਨਹੀਂ ਗੱਲ। ਤੁਸੀਂ ਇਹ ਦੇਖੋ ਕਿੰਨੀ ਨਫ਼ਰਤ ਹੈ ਸਾਡੇ ਦਿਲਾਂ ਦੇ ਵਿੱਚ, ਕਿੰਨੀ ਨਫ਼ਰਤ ਹੈ ਇੱਕ ਦੂਜੇ ਦੇ ਲਈ। ਔਰ ਅਸੀਂ ਕੀ ਕੁਝ ਕਹਿ ਜਾਂਦੇ ਹਾਂ, ਕੀ ਕੁਝ ਬੋਲ ਜਾਂਦੇ ਹਾਂ, ਫਿਰ ਤਰਕ ਦਿੰਦੇ ਹਾਂ। ਉਹ ਵੀ ਤਾਂ ਸਾਨੂੰ ਕਹਿੰਦੇ ਨੇ ਤਾਂ ਅਸੀਂ ਕਹਿ ਦਿੱਤਾ, ਉਹ ਕਹਿੰਦੇ ਨੇ ਤਾਂ ਇਹਦਾ ਮਤਲਬ ਤੁਸੀਂ ਵੀ ਕਹੋਗੇ। ਜੇ ਉਹ ਕਹਿੰਦੇ ਨੇ ਉਹਨਾਂ ਨੂੰ ਪੁੱਛਿਆ ਜਾਵੇ ਬਈ ਬਈ ਤੁਸੀਂ ਕਿਉਂ ਕਹਿੰਦੇ ਹੋ, ਹੁਣ ਉਹਦਾ ਮਸਲਾ ਇਹ ਤਾਂ ਨਹੀਂ ਕਿ ਤੁਸੀਂ ਵੀ ਜਵਾਬ ਦੇ ਵਿੱਚ ਉੱਦਾਂ ਦੀ ਗੱਲ ਕਹੋ ਤੇ ਬਾਕੀ ਸਮਾਜ ਦੀ ਦੇਖ ਰੇਖ ਕੌਣ ਕਰੇਗਾ? ਤੁਸੀਂ ਦੋ ਜਾਣੇ ਆਪਸ ਲੜੀ ਜਾਓ, ਬਹਿਸ ਕਰੀ ਜਾਓ ਤੇ ਤੁਹਾਡੀਆਂ ਗੱਲਾਂ ਦਾ ਅਸਰ ਪੂਰੇ ਸਮਾਜ ਤੇ ਹੋਵੇ, ਪੂਰੇ ਦੇਸ਼ ਤੇ ਹੋਵੇ, ਇੱਥੋਂ ਤੱਕ ਕਿ ਇੰਟਰਨੈਸ਼ਨਲ ਲੈਵਲ ਤੱਕ ਇਹ ਗੱਲ ਜਾਵੇ, ਇੰਟਰਨੈਸ਼ਨਲ ਰਿਲੇਸ਼ਨਸ ਤੱਕ ਇਹ ਗੱਲ ਆਉਣ। ਮਤਲਬ ਤੁਸੀਂ ਦੋ ਜਾਣੇ ਇੰਨੇ ਇੰਪੋਰਟੈਂਟ ਹੋ ਗਏ ਹੋ ਕਿ ਤੁਹਾਡੀ ਆਪਣੀ ਖਹਿਬਾਜ਼ੀ, ਆਪਸ ਦੀ ਨਫ਼ਰਤ ਦੇ ਵਿੱਚ ਸਾਰੇ ਰਿੜਕੇ ਜਾਣ। ਇਹ ਬਿਲਕੁਲ ਗਲਤ ਗੱਲ। ਹੁਣ ਜਿਹੜੀ ਇਹ ਕਾਨੂੰਨੀ ਕਾਰਵਾਈ ਹੈ ਇੱਥੇ ਵੀ ਹੈਗੀ ਨਾ ਕਿ ਜੇ ਤੁਸੀਂ ਉਹਨਾਂ ਨੂੰ ਕਹੋ ਕਿ ਜੇ ਤੁਸੀਂ ਸਟੱਡੀ ਕੀਤੀ ਹੈ, ਕੰਪੈਰੀਟਿਵਲੀ ਸਟੱਡੀ ਕੀਤੀ ਹੈ, ਸਾਰੇ ਧਰਮਾਂ ਨੂੰ ਪੜ੍ਹਿਆ, ਫਿਰ ਤਾਂ ਗੱਲ ਮੰਨਦੇ ਆ ਕਿ ਤੁਸੀਂ ਉਹਦਾ ਸਿੱਧ ਕਰੋ ਨਾ ਉਹਨੂੰ। ਤੇ ਜੇ ਤੁਸੀਂ ਪੜ੍ਹਿਆ ਕੱਖ ਨਹੀਂ ਗਏ, ਜੇ ਤੁਹਾਨੂੰ ਕੁਰਾਨ ਦੀਆਂ ਆਇਤਾਂ ਦਾ ਨਹੀਂ ਪਤਾ, ਕੁਰਾਨ ਦਾ ਜਿਹੜਾ ਥੀਸਿਸ ਹੈ, ਕੁਰਾਨ ਦੇ ਵਿੱਚ ਕੀ ਲੋਕਾਂ ਲਈ ਕਿਹਾ ਗਿਆ ਹੈਗਾ, ਮੁਹੰਮਦ ਸਾਹਿਬ ਨੇ ਕੀ ਪੈਗਾਮ ਦਿੱਤਾ, ਸਾਰੀ ਲੋਕਾਈ ਨੂੰ ਕੀ ਕੁਝ ਕੀਤਾ ਹੈਗਾ, ਜੇ ਤੁਹਾਨੂੰ ਉਹਦਾ ਪਤਾ ਨਹੀਂ ਕਿ ਤੁਸੀਂ ਕਿਉਂ ਗੱਲ ਕਰਦੇ ਜੀ? ਜੇ ਤੁਹਾਨੂੰ ਧਰਮ ਦੇ ਬਾਰੇ ਤਾਂ ਉਦੋਂ ਗੱਲ ਛਿੜੀ ਜਾਣੀ ਚਾਹੀਦੀ ਹੈ ਜੇ ਤੁਹਾਨੂੰ ਉਹਦਾ ਕੋਈ ਨੌਲੇਜ ਹੈ, ਕੋਈ ਗਿਆਨ। ਇਹ ਧਰਮ ਦੇ ਜੋ ਆਲਿਮ ਫਾਜ਼ਿਲ ਲੋਕ ਨੇ, ਜੋ ਧਾਰਮਿਕ ਗੁਰੂ ਨੇ, ਜਿਨ੍ਹਾਂ ਨੇ ਸਾਰੇ ਧਰਮਾਂ ਨੂੰ ਪੜ੍ਹਿਆ ਹੈ, ਉਹ ਤਾਂ ਇਹ ਗੱਲ ਕਰਨ। ਤੁਹਾਡਾ ਇਹ ਸਿਲੇਬਸ ਹੀ ਨਹੀਂ ਹੈ, ਤੁਹਾਡਾ ਇਹ ਫੀਲਡ ਹੀ ਨਹੀਂ। ਤੁਸੀਂ ਰਾਜਨੀਤੀ ਦੇ ਨਾਲ ਸੰਬੰਧਿਤ ਲੋਕ ਹੋ, ਤੁਸੀਂ ਰਾਜਨੀਤੀ ਦੀ ਗੱਲ ਕਰੋ। ਤੁਸੀਂ ਧਰਮ ਦੇ ਵਿੱਚ ਕਿਉਂ ਆਉਂਦੇ ਪਏ ਹੋ? ਨਹੀਂ, ਗਲਤ ਗੱਲ ਹੈ। ਸਾਰਿਆਂ ਨੇ ਇਹਨੂੰ ਕਿਹਾ। ਔਰ ਜਿਹੜੇ ਸਾਰੇ ਧਰਮਾਂ ਦੇ ਆਗੂ ਨੇ, ਜਿਨ੍ਹਾਂ ਨੇ ਸਾਰੇ ਧਰਮਾਂ ਨੂੰ ਪੜ੍ਹਿਆ,
ਉਹਨਾਂ ਨੂੰ ਕਦੀ ਪੁੱਛ ਕੇ ਦੇਖੋ, ਉਹ ਕਦੀ ਨਫ਼ਰਤ ਦੀ ਗੱਲ ਹੀ ਨਹੀਂ ਕਰਨਗੇ। ਉਹ ਇੱਕੋ ਹੀ ਗੱਲ ਕਰਨਗੇ, ਮਜ਼ਹਬ ਨਹੀਂ ਸਿਖਾਤਾ ਆਪਸ में बैर रखना। ਸਿੱਧੀ ਗੱਲ ਹੈ, ਕੋਈ ਵੀ ਧਰਮ ਆਪਸੀ ਬੈਰ ਨਹੀਂ ਕਹਿੰਦਾ, ਆਪਸੀ ਭਾਈਚਾਰੇ ਦੀ ਗੱਲ ਕਰਦਾ, ਕੋਈ ਵੀ ਧਰਮ ਲੈ ਲਓ। ਸੋ ਇਹ ਜਿਹੜੀ ਹੈ ਨਾ ਆਪ ਮੁਹਾਰੀਆਂ ਗੱਲਾਂ ਕਰਨੀਆਂ, ਆਪ ਹੁਦਰੀਆਂ ਗੱਲਾਂ ਕਰਨੀਆਂ ਔਰ ਆਪਣੇ ਆਪ ਨੂੰ ਸਭ ਤੋਂ ਸਿਆਣਾ ਸਮਝਣਾ, ਇੱਕ ਤਾਂ ਇਹ ਬੜੀ ਦਿੱਕਤ ਹੈ ਇਨਸਾਨ ਦੇ ਨਾਲ ਕਿ ਸਭ ਤੋਂ ਸਿਆਣਾ ਮੈਂ ਹੀ ਹਾਂ। ਦੁਨੀਆ ਦੇ ਵਿੱਚ 1.5 ਅਕਲ, ਇੱਕ ਮੇਰੇ ਕੋਲ, ਅੱਧੇ ਵਿੱਚ ਸਾਰੀ ਦੁਨੀਆ। ਹੁਣ ਆਹ ਜਿਹੜੀ ਸੋਚ ਹੈ ਨਾ, ਇਹਨੇ ਮਾਰਿਆ ਹੋਇਆ ਸਭ ਨੂੰ। ਔਰ ਦੂਜਾ ਈਗੋ, ਜਿਹੜਾ ਸਾਡਾ ਅਹੰਕਾਰ ਹੈ ਨਾ, ਉਹ ਦੂਜੇ ਨੂੰ ਕਿਤੇ ਠਹਿਰਨ ਨਹੀਂ ਦਿੰਦਾ, ਦੂਜੇ ਨੂੰ ਅਸੀਂ ਸਵੀਕਾਰ ਹੀ ਨਹੀਂ ਕਰਦੇ। ਅਹੰਕਾਰ ਨੇ ਮਾਰਿਆ ਹੋਇਆ ਸਾਰੇ ਸਮਾਜ ਨੂੰ। ਸੋ ਇਹ ਗੱਲਾਂ ਜਿਹੜੀਆਂ ਨੇ, ਇਹ ਗੱਲਾਂ ਤਬਾਹੀ ਵੱਲ ਲੈ ਕੇ ਜਾ ਰਹੀਆਂ ਨੇ। ਫਰੀਦ ਜੀ ਨੇ ਠੀਕ ਕਿਹਾ, ਉਹਨਾਂ ਦਾ ਸ਼ਲੋਕ ਹੈ, ਫਰੀਦਾ ਜੇ ਤੂੰ ਅਕਲ ਲਤੀਫ ਹੈ, ਪੈੜੇ ਲਿਖ ਨਾ ਲੇਖ, ਆਪਣੇ ਹੀ ਗਰੇਮਾਨ ਵਿੱਚ ਸਿਰ ਨੀਵਾਂ ਕਰ ਦੇਖ। ਇਹਨੂੰ ਇੰਟਰੋਸਪੈਕਸ਼ਨ ਕਹਿੰਦੇ ਆ ਕਿ ਤੁਸੀਂ ਆਪਣੇ ਆਪ ਨੂੰ ਵੇਖੋ ਸਹੀ, ਮੈਂ ਕੀ ਹਾਂ, ਹੈ ਕਿ ਨਹੀਂ, ਮੈਂ ਕਿੱਥੇ ਬੋਲ ਰਿਹਾ। ਜੇ ਮੈਂ ਠੀਕ ਹੈਗਾ, ਮੈਂ ਉੱਚਾ ਹਾਂ, ਜੇ ਮੈਂ ਸਾਰਾ ਕੁਝ ਸਮਝਦਾਰ ਹਾਂ, ਫਿਰ ਤਾਂ ਮੈਂ ਬੋਲਾਂ। ਜੇ ਮੈਨੂੰ ਪਤਾ ਨਹੀਂਗਾ ਕਿ ਧਰਮ ਕੀ ਹੈ ਔਰ ਧਰਮਾਂ ਬਾਰੇ ਇਹਦੇ ਦੀ ਅਧਿਐਨ ਕੀ ਹੁੰਦਾ, ਤੇ ਫਿਰ ਕਿਉਂ ਗੱਲ ਛੇੜਨੀ ਚਾਹੀਦੀ ਹੈ। ਗੱਲ ਉਹ ਕਰੋ ਜਿਹੜੀ ਇਸ ਗੱਲ ਤੇ ਤੁਹਾਨੂੰ ਥੋੜਾ ਬਹੁਤ ਪਤਾ, ਫਿਰ ਵਿਸਤਾਰਪੂਰਵਕ ਗੱਲ ਕਰੋ। ਸੈਲਫ ਇੰਟਰੋਸਪੈਕਸ਼ਨ ਦੇ ਉੱਤੇ ਅਸੀਂ ਖਤਮ ਕਰਦੇ ਹਾਂ ਇਸ ਨੋਟ ਦੇ ਉੱਤੇ। ਕਹਿੰਦੇ ਨੇ ਨਾ ਕਿ ਬੁਰਾ ਜੋ ਦੇਖਣ ਮੈਂ ਚੱਲਾ, ਬੁਰਾ ਨਾ ਮਿਲਿਆ ਕੋਏ, ਜੋ ਦਿਲ ਦੇਖਿਆ ਆਪਣਾ, ਮੁਝਸੇ ਬੁਰਾ ਨਾ ਕੋਏ। ਤਾਂ ਇਸ ਬੰਦੇ ਨੂੰ, ਜਿਹੜਾ ਬੰਦਾ ਸਾਡੇ ਅੰਦਰ ਬੈਠਾ ਹੈ ਸਾਰਿਆਂ ਦੇ ਅੰਦਰ, ਇਸ ਬੰਦੇ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ। ਬਿਲਕੁਲ ਬਿਲਕੁਲ। ਸੋ ਹੁਣ ਚੱਲੀਏ ਜੀ। ਹਾਂ ਬਿਲਕੁਲ, ਇਜਾਜ਼ਤ ਚੱਲਣਾ ਚਾਹੀਦਾ ਜੀ। ਇਜਾਜ਼ਤ ਲੈਂਦੇ ਹਾਂ ਤੇ ਫਿਰ ਇੱਕ ਨਵੇਂ ਐਪੀਸੋਡ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।